ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨਾ ਸਿਮਰੋ ਅੰਗਦ ਦੋਖ ਨਿਕੰਦਨਾ ਅਮਰਦਾਸ ਗੁਰ ਹਿਰਦੈ ਤੇ ਆਵੋ ਹਿਰਦੈ ਤੇ ਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਿਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ। ਧਰੋਂ ਧਰਾ ਧਰ ਪੁਨ ਪੁਨ ਸੀਸ ਜੀ ਪੁਨ ਪੁਨ ਸੀਸ। ਬੰਦੋਹਾਂ ਬਾਰ ਬਾਰ ਜਗਦੀਸ਼। ਜਿਸਮੈ ਹੈ ਅੰਮ੍ਰਿਤ ਗਿਆਨ ਹੈ ਮਾਨਸ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਦੋਹਰਾ ਪਿਤ ਕੀ ਮਾਤਾ ਕੇ ਬਚਨ ਸੁਨ ਸ੍ਰੀ ਗੋਬਿੰਦ ਸਿੰਘ। ਤੁਰ ਕਨ ਮ੍ਰਿਗ ਸਮੁਦਾਇ ਕੋ ਚੈਤ ਹਨਿਓ ਜਿਮ ਸਿੰਘ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਕੀ ਪਾਵਨ ਪਵਿੱਤਰ ਮੁਕੱਦਸ ਗੋਦ ਅੰਦਰ ਸੁਭਾਇਮਾਨ ਗੁਰੂ ਸਵਾਰੇ ਗੁਰੂ ਪਿਆਰੇ ਸਤਸੰਗੀ ਜਨੋ, ਆਓ ਮਹਾਰਾਜ ਜੀ ਕੀ ਅਪਾਰ ਰਹਿਮਤ ਨਾਲ ਸੰਧਿਆ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਦੀ ਪ੍ਰਾਰੰਭਤਾ ਕਰੀਏ। ਗੁਰੂ ਇਤਿਹਾਸ ਕੀ ਜੋ ਲੜੀਵਾਰ ਕਥਾ ਮਹਾਰਾਜ ਕੇ ਨਾ ਪਵਿੱਤਰ ਸਥਾਨਾਂ ਤੇ ਆਪ ਸੰਗਤ ਨੇਮ ਅਨੁਸਾਰ ਭਾਵਨਾ ਅਦਬ ਸਹਿਤ ਸਰਵਣ ਕਰਦੇ ਹੋ ਚਲਦੀ ਆ ਰਹੀ ਲੜੀ ਤਹਿਤ ਥੋੜਾ ਜਿਹਾ ਸਮਾਂ ਮਹਾਰਾਜ ਜੀ ਕੇ ਜੀਵਨ ਬਿਰਤਾਂਤਾਂ ਨਾਲ ਜੁੜਨ ਦਾ ਯਤਨ ਕਰਦੇ ਹਾਂ। ਪ੍ਰਥਮ ਮਹਾਰਾਜ ਤੋਂ ਆਗਿਆ ਲਈਏ। ਰਸਨਾ ਨੂੰ ਪਵਿੱਤਰ ਕਰਨਾ, ਗੁਰੂ ਫਤਿਹ ਨਾਲ ਸਾਂਝ ਪਾਉਣੀ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦੀਆਂ ਦੀਵਾਨਾਂ ਅੰਦਰ ਜੋ ਗੁਰੂ ਇਤਿਹਾਸ ਆਪ ਸੰਗਤ ਸਰਵਣ ਕਰ ਰਹੇ ਸੀ, ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਬਾਲਪਨੇ ਦੇ ਵਿੱਚ ਆਪਣੇ ਦਾਦੀ ਮਾਤਾ ਨਾਨਕੀ ਜੀ ਦੇ ਨਾਲ ਕੁਝ ਬਾਤਾਂ ਕਰ ਰਹੇ ਨੇ ਤੇ ਜਿਸ ਥਾਂ ਤੇ ਮਹਾਰਾਜ ਵਿਚਰ ਰਹੇ ਨੇ ਪੂਰਬ ਦੇਸ਼ ਦੀ ਪਟਨਾ ਸਾਹਿਬ ਦੀ ਧਰਤੀ ਹੈ। ਮਹਾਰਾਜ ਮਾਤਾ ਜੀ ਨੂੰ ਕਹਿੰਦੇ ਹਨ ਕਿ ਮਾਤਾ ਜੀ, ਸਾਡਾ ਚਿੱਤ ਜਲਦੀ ਹੀ ਮਦਰ ਦੇਸ਼ ਪੰਜਾਬ ਦੇਸ਼ ਨੂੰ ਜਾਣ ਨੂੰ ਕਰਦਾ ਹੈ। ਮਾਂ ਜੀ ਨੇ ਪੁੱਛਿਆ, ਕਿਉਂ ਪੁੱਤਰ ਜੀ? ਕਹਿਣ ਲੱਗੇ ਮਹਾਰਾਜ ਕਿ ਇੱਕ ਤੇ ਉਹ ਬੜੀ ਪਵਿੱਤਰ ਧਰਤੀ ਹੈ, ਸਾਡੇ ਪੁਰਖੇ ਵੱਡੇ ਗੁਰੂ ਸਾਹਿਬਾਨ ਉਸ ਸਥਾਨ ਤੇ ਵਿਚਰਦੇ ਰਹੇ ਹਨ, ਅਸੀਂ ਵੀ ਉਸ ਸਥਾਨ ਤੇ ਕੋਈ ਜ਼ਰੂਰੀ ਕਾਰਜ ਕਰਨੇ ਹਨ। ਦੂਜਾ ਇਹ ਜਿਹੜੀ ਪੂਰਬ ਦੇਸ਼ ਦੀ ਸੰਗਤ ਹੈ ਨਾ, ਇਹਨਾਂ ਦੇ ਅੰਦਰ ਉਹ ਵੈਸਾ ਪ੍ਰੇਮ ਨਹੀਂ ਹੈ, ਨੇਮ ਤੇ ਹੈ, ਪ੍ਰੇਮ ਨਹੀਂ ਹੈ।
ਮਾਤਾ ਜੀ ਕਹਿਣ ਲੱਗੇ ਐਸੀ ਗੱਲ ਨਹੀਂ ਹੈ, ਵੇਖੋ ਸਾਡੀ ਬਹੁਤ ਸੇਵਾ ਕਰਦੇ ਨੇ। ਸੋ ਮਹਾਰਾਜ ਜੀ ਨੇ ਇੱਕ ਐਸਾ ਕੌਤਕ ਵਰਤਾਇਆ ਕਿ ਨੇਮ ਤੇ ਪ੍ਰੇਮ ਦੀ ਜਿਹੜੀ ਖੇਡ ਹੈ, ਇਉਂ ਕਹਿ ਲਈਏ ਵੀ ਉਹਨੂੰ ਸਭ ਦੇ ਸਾਹਮਣੇ ਪ੍ਰਤੱਖ ਕਰਕੇ ਵਿਖਾਇਆ। ਇੱਕ ਮਸੰਦ ਨੂੰ ਸੁਨੇਹਾ ਭੇਜਿਆ ਕਿ ਸਾਨੂੰ ਇੱਕ ਪਾਲਕੀ ਚਾਹੀਦੀ ਹੈ ਜਿਹਦੇ ਉੱਪਰ ਸੋਨਾ ਜੜਿਆ ਹੋਵੇ, ਸੁੰਦਰ ਪਾਲਕੀ ਬਣਾ ਕੇ ਭੇਜੋ। ਸੰਗਤ ਤੋਂ ਭੇਟਾ ਲੈ ਕਰਕੇ ਮਸੰਦ ਨੇ ਬਹੁਤ ਜਲਦੀ ਢਾਕੇ ਦੀ ਧਰਤੀ ਤੋਂ ਭਾਈ ਬਲਾਕੀ ਦਾਸ ਨੇ ਇੱਕ ਸੋਨੇ ਦੀ ਪਾਲਕੀ ਮਹਾਰਾਜ ਜੀ ਕੇ ਪਾਸ ਬਣਵਾ ਕੇ ਭੇਜ ਦਿੱਤੀ। ਮਹਾਰਾਜ ਨੇ ਵੀ ਅਦਬ ਸਹਿਤ ਮਾਤਾ ਨਾਨਕੀ ਜੀ ਦੇ ਪਾਸ ਰਖਵਾ ਦਿੱਤੀ। ਲੇਕਿਨ ਉਹਦੇ ਵਿੱਚ ਬਹੁਤ ਕੁਝ ਲੁਕਿਆ ਹੋਇਆ ਹੈ। ਲੁਕਿਆ ਕੀ ਹੈ, ਉਹ ਅੱਜ ਮਹਾਰਾਜ ਸਾਰੀ ਸੰਗਤ ਦੇ ਸਨਮੁਖ ਪ੍ਰਗਟ ਕਰਕੇ ਵਿਖਾਉਣਗੇ। ਸੋ ਪ੍ਰਥਮ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਮੰਗਲ ਕਰਦੇ ਨੇ। ਪਿਤਾ ਕੀ ਮਾਤਾ ਕੇ ਬਚਨ ਸੁਨ ਸ਼੍ਰੀ ਗੋਬਿੰਦ ਸਿੰਘ। ਪਿਤਾ ਕੀ ਮਾਤਾ, ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਮਾਤਾ ਨਾਨਕੀ ਜੀ, ਜਿਨ ਪਿਤਾ ਕੀ ਮਾਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੇ ਦਾਦੀ ਜੀ ਹਨ, ਤੇ ਆਪਣੇ ਦਾਦੀ ਜੀ ਮਾਤਾ ਨਾਨਕੀ ਜੀ ਤੋਂ ਇਹ ਜਿਹੜੇ ਬਚਨ ਹਨ ਇਹ ਬਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਰਵਣ ਕਰ ਰਹੇ ਨੇ। ਨਾਲੇ ਤੁਰਕਨ ਮਿਰਗ ਸਮੁਦਾਇ ਕੋ ਚਹਿਤ ਹਰਿਓ ਜਿਮ ਸਿੰਘ। ਇਹ ਜਿਹੜੇ ਹੁਣ ਸਮੇਂ ਦੇ ਹੁਕਮਰਾਨ ਤੁਰਕਾਂ ਦੀ ਫੌਜ ਜਿਹੜੀ ਹੈ ਉਹ ਮਿਰਗਾਂ ਦੀਆਂ ਡਾਰਾਂ ਵੱਤ ਫਿਰ ਰਹੀ ਹੈ, ਤੇ ਇਧਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਹੜੇ ਸ਼ੇਰ ਰੂਪ ਪਰਿਪੂਰਨ ਪਰਮਾਤਮਾ ਦੇ ਅਵਤਾਰ ਪ੍ਰਗਟੇ ਨੇ। ਜਦੋਂ ਕਿਤੇ ਜੰਗੇ ਮੈਦਾਨ ਦੇ ਵਿੱਚ ਕਰਕੇ ਇਹ ਸ਼ੇਰ ਨੇ ਦਹਾੜ ਮਾਰਨੀ ਹੈ ਤੇ ਸਾਰੀਆਂ ਫੌਜਾਂ ਨੇ ਨੱਸ ਜਾਣਾ ਹੈ। ਕਿਸੇ ਮਿਰਗ ਅੰਦਰ ਇੰਨੀ ਤਾਕਤ ਨਹੀਂ ਵੀ ਉਹ ਡਟ ਕੇ ਇਹ ਸ਼ੇਰ ਦਾ ਮੁਕਾਬਲਾ ਕਰ ਸਕੇ, ਉਹਨੂੰ ਆਪਣੇ ਪ੍ਰਾਣਾਂ ਦੀ ਪਵੇਗੀ। ਇਸ ਕਰਕੇ ਜਿਸ ਵਕਤ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹੁਣ ਇਸ ਮੈਦਾਨ ਅੰਦਰ ਆ ਕਰਕੇ ਦਹਾੜਨਗੇ, ਭਾਈ ਸੰਤੋਖ ਸਿੰਘ ਸਾਹਿਬ ਜੀ ਇੱਥੇ ਅਜੇ ਉਪਮਾ ਕਰ ਰਹੇ ਨੇ ਕਿ ਇਹ ਜਿਹੜੀਆਂ ਮਿਰਗਾਂ ਦੀਆਂ ਤੁਰਕ ਸਿਪਾਹੀਆਂ ਦੀਆਂ ਡਾਰਾਂ ਹਨ, ਇੱਕ ਦਹਾੜ ਦੇ ਨਾਲ ਹੀ ਖਦੇੜ ਕੇ ਰੱਖ ਦੇਣਗੇ। ਇੰਨੀ ਸਮਰੱਥਾ ਹੈ ਦਾਤਾ ਜੀ ਕੇ ਅੰਦਰ। ਸੋ ਇਸ ਵੇਲੇ ਇਹ ਇੱਕ ਉਪਮਾ ਕੀਤੀ ਹੈ ਭਾਈ ਸਾਹਿਬ ਜੀਆਂ ਨੇ। ਅੱਗੇ ਜੋ ਵਿਚਾਰ ਹੈ, ਇਤਿਹਾਸ ਦੀ ਜੋ ਘਟਨਾ ਹੈ ਉਹ ਪ੍ਰਾਰੰਭ ਹੁੰਦੀ ਹੈ। ਚੌਪਈ ਸਿੱਖ ਮਸੰਦਨ ਕੀ ਵਡਿਆਈ। ਜਿਹੜੇ ਮਸੰਦ ਪੂਰਬ ਦੇਸ਼ ਦੀ ਧਰਤੀ ਤੇ ਹਨ, ਜਿਵੇਂ ਭਾਈ ਬਲਾਕੀ ਦਾਸ ਨੇ ਮਹਾਰਾਜ ਕੀ ਸੇਵਾ ਕੀਤੀ, ਹੋਰ ਵੀ ਬਹੁਤ ਹਨ ਜਿਨ੍ਹਾਂ ਦੀ ਵਡਿਆਈ ਮਾਤਾ ਨਾਨਕੀ ਜੀ ਕਰਦੇ ਹਨ। ਜਬ ਮਾਤਾ ਨੇ ਇਸ ਬਿਦ ਗਾਈ। ਜਿਸ ਵਕਤ ਮਾਤਾ ਨਾਨਕੀ ਜੀਆਂ ਨੇ ਆਪਣੇ ਮੁਖ ਤੋਂ ਕਿਹਾ ਕਿ ਬੇਟਾ ਗੋਬਿੰਦ ਰਾਏ ਜੀ, ਇਹ ਮਸੰਦ ਵੀ ਬੜੇ ਪ੍ਰੇਮ ਵਾਲੇ ਹਨ, ਸਾਡੇ ਘਰ ਦੀ, ਗੁਰੂ ਨਾਨਕ ਦੇ ਘਰ ਦੀ ਬਹੁਤ ਸੇਵਾ ਕਰਦੇ ਹਨ। ਲੱਖ ਕੈ ਸਭ ਸਰਦਾਲੂ ਵਿਸ਼ੇਸ਼। ਲੱਖ ਕੈ ਹੋਰ ਜਿਹੜੇ ਸ਼ਰਧਾਲੂ ਸਿੱਖ ਹਨ, ਜਿਹੜੇ ਸਮੇਂ-ਸਮੇਂ ਮਹਾਰਾਜ ਕੇ ਘਰ ਹਾਜ਼ਰ ਹੋ ਕਰਕੇ ਦਾਨ ਭੇਟਾ ਆਦਿਕ ਦਿੰਦੇ ਹਨ, ਦਸਵੰਧ ਦੀ ਮਾਇਆ ਦਿੰਦੇ ਹਨ ਤੇ ਵੱਡੀਆਂ ਸੇਵਾਵਾਂ ਕਰਦੇ ਹਨ। ਚਹਿਤ ਰਿਓ ਪੂਰਬ ਹੀ ਦੇਸ। ਜਿਨ੍ਹਾਂ ਕਰਕੇ ਮਾਤਾ ਨਾਨਕੀ ਜੀ ਕਹਿੰਦੇ ਸਨ ਵੀ ਇੱਥੇ ਸਾਡਾ ਜਿਹੜਾ ਸਮਾਂ ਹੈ ਕੁਝ ਸੌਖਾ ਬਤੀਤ ਹੋਇਆ ਹੈ। ਇਸ ਨਿਸ਼ਚੈ ਕੇ ਟਾਰਨ ਕਾਰਨ। ਇਸ ਨਿਸ਼ਚੈ ਇਸ ਕਰਕੇ, ਕਿਉਂਕਿ ਮਾਤਾ ਨਾਨਕੀ ਜੀ ਇਹੀ ਕਹਿ ਰਹੇ ਸਨ ਵਾਰ-ਵਾਰ ਕਿ ਇਸ ਸਥਾਨ ਤੇ ਸਾਨੂੰ ਕੁਝ ਪੰਜਾਬ ਨਾਲੋਂ ਸੁੱਖ ਮਹਿਸੂਸ ਹੋਇਆ ਹੈ ਪੂਰਬ ਦੇਸ਼ ਤੇ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਮਾਤਾ ਜੀਆਂ ਦਾ ਜਿਹੜਾ ਨਿਸ਼ਚਾ ਬਣਿਆ ਹੋਇਆ ਹੈ, ਹੁਣ ਇਸ ਨੂੰ ਟਾਰਨ ਕਾਰਨ ਤੋਂ ਭਾਵ ਹੈ ਵੀ ਇਹਦੇ ਵਿੱਚ ਪ੍ਰਤੱਖ ਕੀ ਹੈ ਉਹ ਦਿਖਾਉਣਗੇ ਜੀ। ਮਦਰ ਦੇਸ ਹਿਤ ਕਰਨ ਪਧਾਰਨ। ਤੇ ਨਾਲ ਹੀ ਮਹਾਰਾਜ ਕੀ ਦਿਲੇ ਇੱਛਾ ਇਹ ਵੀ ਹੈ ਵੀ ਮਦਰ ਦੇਸ਼ ਵਾਪਸ ਅਸੀਂ ਜਲਦੀ ਆਪਣੇ ਦੇਸ਼ ਪੰਜਾਬ ਦੇਸ਼ ਨੂੰ ਪਹੁੰਚਣਾ ਹੈ। ਲੀਲਾ ਰਚਿਤ ਬੈ ਗੁਰ ਸੁਆਮੀ। ਫਿਰ ਮਹਾਰਾਜ ਜੀਆਂ ਨੇ ਕੌਤਕ ਰਚਿਆ ਹੈ। ਜਿਵੇਂ ਕੌਤਕ ਤੇ ਮਹਾਰਾਜ ਦਾ ਕੁਦਰਤੀ ਸੁਭਾਅ ਹੈ ਨਾ, ਗੁਰਮੁਖੋ ਆਪਾਂ ਗੁਰੂ ਨਾਨਕ ਸਾਹਿਬ ਜੀ ਦੀ ਸਾਖੀ ਵਿੱਚ ਪੜ੍ਹਦੇ ਆਉਂਦੇ ਆ ਕਿ ਜਦੋਂ ਕਿਸੇ ਨੂੰ ਕੋਈ ਮਹਾਰਾਜ ਗਿਆਨ ਦੇਣਾ ਚਾਹੁੰਦੇ ਨੇ, ਕਿਸੇ ਦਾ ਕੁਝ ਸਵਾਰਨਾ ਚਾਹੁੰਦੇ ਨੇ, ਕੋਈ ਲੀਲਾ ਰਚ ਲੈਂਦੇ ਸਨ। ਭਾਵੇਂ ਕਿ ਸਾਨੂੰ ਨਹੀਂ ਪਤਾ ਉਹ ਕਿਸ ਵਾਸਤੇ, ਕਦੇ ਮਰਦਾਨਾ ਜੀ ਨੂੰ ਭੁੱਖ ਲੱਗ ਜਾਂਦੀ ਹੈ, ਕਦੇ ਕੋਈ ਹੋਰ ਘਟਨਾ, ਕਦੇ ਬਹੁਤ ਸਾਰੀਆਂ ਸਾਖੀਆਂ ਨੇ ਸਾਡੇ ਇਤਿਹਾਸ ਦੀਆਂ, ਇੱਕ ਲੀਲਾ ਰਚਦੇ ਹਨ ਸੁਆਮੀ। ਸੋ ਇੱਥੇ ਵੀ ਦਸਮ ਅਵਤਾਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵੀ ਇੱਕ ਲੀਲਾ ਰਚ ਰਹੇ ਹਨ। ਸਭ ਘਟ ਘਟ ਕੇ ਅੰਤਰ ਜਾਮੀ। ਕਿਉਂਕਿ ਗੁਰੂ ਅੰਤਰਜਾਮੀ ਹੈ, ਹਰ ਘਟ ਦੀ ਭਾਵਨਾ, ਹਰ ਘਟ ਦੀ ਬਾਤ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਬੁੱਝਦੇ ਹਨ। ਵਹਿਰ ਮੁਫਾਹਾ ਸੋ ਨਿਕਸਾਇਓ। ਵਹਿਰ ਮੁਫਾਹਾ ਉਹ ਜਿਹੜੀ ਇੱਕ ਸੋਨੇ ਦੀ ਪਾਲਕੀ ਜੋ ਬਣਵਾ ਕਰਕੇ
ਪਾਲਕੀ ਬਲਾਕੀ ਦਾਸ ਜੀਆਂ ਤੋਂ ਮੰਗਵਾਇਆ ਗਿਆ ਹੈ। ਸੰਗਤ ਨਿਕਟ ਹੁਕਮ ਫਰਮਾਇਓ। ਮਹਾਰਾਜ ਨੇ ਆਪਣੀ ਸੰਗਤ ਸਿੱਖ ਸੇਵਕਾਂ ਦੇ ਪਾਸ ਬੈਠ ਕਰਕੇ ਇਉਂ ਆਪਣੇ ਮੁਖ ਤੋਂ ਇਹ ਬਚਨ ਹੁਕਮ ਕੀਤੇ ਹਨ। ਈਂਧਨ ਭਾਰ ਸਕੇਲਨ ਕਰੋ। ਮਹਾਰਾਜ ਨੇ ਕਿਹਾ, ਭਾਈ ਸਿੱਖੋ, ਅੱਜ ਇੱਕ ਨਵਾਂ ਕੌਤਕ, ਨਵਾਂ ਕੰਮ ਕਰਦੇ ਆ। ਇਉਂ ਕਰੋ, ਕੁਝ ਬਾਲਣ ਇਕੱਠਾ ਕਰੋ, ਕੁਝ ਲੱਕੜ ਇਕੱਠੀ ਕਰੋ। ਈਂਧਨ ਕਾਹਦੇ ਲਈ? ਜਿਹਨੂੰ ਆਪਾਂ ਬਾਲਣਾ ਹੈ, ਸਾੜਨਾ ਹੈ ਜੀ। ਆਨ ਆਨ ਕਰ ਇਸ ਥਲ ਧਰੋ। ਤੇ ਸਾਡਾ ਹੁਕਮ ਹੈ ਵੀ ਦੂਰੋਂ ਬਾਲਣ ਲਿਆ ਕਰਕੇ, ਜਿਵੇਂ ਮਹਾਰਾਜ ਕੇ ਲੰਗਰਾਂ ਵਿੱਚ ਅਕਸਰ ਲੱਕੜ ਹੁੰਦੀ ਸੀ, ਸੋ ਉੱਥੋਂ ਬਾਲਣ ਲਿਆ ਕਰਕੇ ਤੇ ਇਸ ਥਾਂ ਤੇ ਉਸ ਨੂੰ ਚਿਣ ਦੇਵੋ, ਢੇਰ ਲਾ ਦੇਵੋ ਜੀ। ਸਮਦਾ ਜਬ ਦੇਖੀ ਸਮੁਦਾਇਆ। ਸਮਦਾ ਜਬ ਵੇਖੋ, ਜਿਸ ਵਕਤ ਇਸ ਥਾਂ ਤੇ ਬਾਲਣ ਇਕੱਠਾ ਹੋ ਜਾਏ। बीच मुहाफा तबै टिकाया। ਫਿਰ ਜਿਵੇਂ ਮਹਾਰਾਜ ਕੇ ਹੁਕਮਾਂ ਸਹਿਤ ਸੇਵਕ ਸਿੱਖਾਂ ਨੇ ਇਹ ਕਾਰਜ ਕੀਤਾ, ਬਾਲਣ ਇਕੱਠਾ ਕੀਤਾ, ਫਿਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਹੁਕਮ ਦਿੱਤਾ ਕਿ ਜਾਓ, ਹੁਣ ਉਹ ਜਿਹੜੀ ਸੋਨੇ ਦੀ ਪਾਲਕੀ ਸੀ ਮਸੰਦਾਂ ਨੇ ਬਣਾ ਕਰਕੇ ਸਾਡੇ ਪਾਸ ਭੇਜੀ ਹੈ, ਉਸ ਨੂੰ ਵੀ ਲੈ ਆਓ ਜੀ। ਦਿਓ ਹੁਕਮ ਪਾਵਕ ਮੰਗਵਾਏ। ਤੇ ਨਾਲ ਇੱਕ ਸੇਵਕ ਨੂੰ ਇਹ ਵੀ ਕਹਿ ਦਿੱਤਾ ਕਿ ਭਾਈ ਸਿੱਖਾ, ਤੂੰ ਜਾ ਹੁਣ ਅੱਗ ਲੈ ਕਰਕੇ ਆ, ਕਿਉਂਕਿ ਬਾਲਣ ਆ ਗਿਆ, ਪਾਲਕੀ ਆ ਗਈ, ਤੇ ਹੁਣ ਅੱਗ ਵੀ ਮੰਗਵਾ ਰਹੇ ਹਨ। ਤਤ ਛਿਨ ਦਈ ਤਾਹੇ ਲਗਵਾਏ। ਤੇ ਮਹਾਰਾਜ ਬੈਠੇ ਸਨ ਆਪ ਆਪਣੀ ਮੌਜ ਵਿੱਚ। ਉਮਰ ਵੀ ਭਾਵੇਂ ਅਜੇ ਬਾਲ ਉਮਰ ਹੈ, ਬਹੁਤ ਹੀ ਵੱਡੀ ਆਰਬਲਾ ਨਹੀਂ ਹੈ। ਸੋ ਸੱਚ ਪ੍ਰਗਟ ਕਰਨਾ ਹੈ, ਮੁੱਖ ਤੇ ਕੀ ਹੈ ਤੇ ਅੰਦਰ ਕੀ ਹੈ, ਉਹ ਇੱਕ ਪਰਤਾਵਾ ਕਰਨਾ ਹੈ। ਸੋ ਮਹਾਰਾਜ ਨੇ ਬਾਲਣ ਵੀ ਮੰਗਵਾ ਲਿਆ, ਮਹਾਰਾਜ ਨੇ ਅੱਗ ਵੀ ਮੰਗਵਾ ਲਈ। ਮਹਾਰਾਜ ਨੇ ਉਹ ਜਿਹੜੀ ਪਾਲਕੀ ਮਸੰਦਾਂ ਨੇ ਮਹਾਰਾਜ ਕੀ ਸੇਵਾ ਹਿਤ ਹੁਕਮ ਸਹਿਤ ਬਣਾ ਕੇ ਭੇਜੀ, ਉਹ ਵੀ ਮੰਗਵਾ ਲਈ। ਜਿਸ ਵਕਤ ਤਿੰਨੇ ਵਸਤੂਆਂ ਹਾਜ਼ਰ ਹੋਈਆਂ, ਮਹਾਰਾਜ ਨੇ ਬਾਲਣ ਨੂੰ ਅੱਗ ਦੇ ਦਿੱਤੀ ਹੈ। ਜਰਨ ਲਗਿਓ ਸਭ ਨਰ ਬਿਸਮਾਏ। ਤੇ ਜਿਵੇਂ ਹੀ ਉਹ ਬਾਲਣ ਦੀ ਜਿਹੜੀ ਢੇਰੀ ਲੱਗੀ ਹੋਈ ਹੈ, ਉਸ ਨੂੰ ਅੱਗ ਲੱਗੀ, ਤੇ ਉਹ ਬਾਲਣ ਜਿਸ ਵਕਤ ਅੱਗ ਲੱਗਦੀ ਹੈ, ਪ੍ਰਚੰਡ ਹੁੰਦੀ ਹੈ, ਤੇ ਸਭ ਵੇਖ ਰਹੇ ਹਨ। ਲਾਏ ਦਰਬੋ ਇਹ ਬਨਵਾਏ। ਲਾਏ ਦਰਬ, ਫਿਰ ਨਾਲ ਹੀ ਕੀਤਾ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬਲਦੀ ਹੋਈ ਅੱਗ ਦੇ ਵਿੱਚ ਉਸ ਪਾਲਕੀ ਨੂੰ ਰਖਵਾ ਦਿੱਤਾ। ਹੁਣ ਕਹਿੰਦੇ ਸਨ ਵੀ ਇਸ ਪਾਲਕੀ ਤੇ ਕੋਈ 7 ਕਿਲੋ ਸੋਨਾ ਜਿਹੜਾ ਹੈ ਉਹ ਲੱਗਿਆ ਹੈ। ਕਿਸੇ ਵਿਦਵਾਨਾਂ ਨੇ, ਬਹੁਤਿਆਂ ਨੇ ਵੱਧ ਦਾ ਵੀ ਜ਼ਿਕਰ ਕੀਤਾ ਹੈ, ਕੋਈ ਤੋਲਿਆਂ ਦੇ ਵਿੱਚ ਤੇ ਕੋਈ ਕਿਲੋ ਦੇ ਵਿੱਚ ਜ਼ਿਕਰ ਕਰਦੇ ਨੇ। ਖੈਰ ਜਿੰਨਾ ਵੀ ਲੱਗਾ, ਮਹਾਰਾਜ ਜੀਆਂ ਨੇ ਤੇ ਉਹਦੇ ਸੱਚ ਨੂੰ ਸਨਮੁਖ ਰੱਖਣਾ ਸੀ, ਮਹਾਰਾਜ ਨੇ ਉਸ ਸੱਚ ਨੂੰ ਪ੍ਰਗਟ ਕਰਨਾ ਸੀ। ਸੋ ਬਲਦੀ ਹੋਈ ਅੱਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉਸ ਪਾਲਕੀ ਨੂੰ ਰੱਖ ਦਿੱਤਾ, ਜਿਹੜੀ ਮਸੰਦ ਕਹਿੰਦੇ ਸਨ ਮਹਾਰਾਜ ਆਪ ਜੀ ਕੀ ਸੇਵਾ ਹਿਤ ਸੋਨੇ ਦੀ ਬਣਾ ਕਰਕੇ ਲਿਆਏ ਹਨ। ਸੋ ਜਿਸ ਵਕਤ ਉਹ ਬਲਣ ਲੱਗੀ, ਤੇ ਜਿਤਨੇ ਵੀ ਨਰ ਮਨੁੱਖ ਮਹਾਰਾਜ ਕੇ ਸਿੱਖ ਆਦਿਕ ਵੇਖ ਰਹੇ ਹਨ, ਮਸੰਦ ਵੀ ਵੇਖ ਰਹੇ ਹਨ, ਸੋ ਸਾਰੇ ਵੇਖ ਕਰਕੇ ਹੈਰਾਨ ਹੋ ਗਏ। ਲਾਏ ਦਰਬੋ ਦਿਓ ਬਣਾਏ, ਕੋਈ ਬਹੁਤ ਧਨ ਲਾ ਕਰਕੇ ਸੋਨਾ ਇਹਦੇ ਉੱਪਰ ਜੜ ਕੇ ਤੇ ਤਿਆਰ ਕੀਤੀ, ਤੇ ਮਹਾਰਾਜ ਨੇ ਬਿਨਾਂ ਵਰਤੇ ਇਸ ਨੂੰ ਅੱਗ ਦੇ ਵਿੱਚ ਰੱਖ ਦਿੱਤਾ ਹੈ। ਮਾਤਨ ਕਹਿ ਮੰਗਵਾਵਨ ਠਾਨਾ। ਮਾਤਾ ਜੀਆਂ ਪਾਸ ਵੀ ਹੁਕਮ ਦੇ ਕਰਕੇ ਉਸ ਨੂੰ ਮੰਗਵਾਇਆ ਹੈ। ਕਬੂ ਅਰੂ ਨਾ ਕੀਨ ਪਿਆਨਾ। ਕਿਉਂਕਿ ਜਦੋਂ ਮੰਗਵਾਇਆ ਸੀ, ਮਸੰਦ ਨੂੰ ਹੁਕਮ ਲਿਖ ਕੇ ਭੇਜਿਆ ਸੀ ਵੀ ਸਾਨੂੰ ਇਹਦੀ ਲੋੜ ਹੈ, ਛੇਤੀ ਤੋਂ ਛੇਤੀ ਬਣਾ ਕੇ ਭੇਜੀ ਜਾਵੇ, ਤੇ ਉਹ ਹੁਕਮ ਪਾ ਕਰਕੇ ਉਹਨਾਂ ਨੇ ਸੇਵਾ ਕੀਤੀ ਸੀ। ਅੱਜ ਜਦੋਂ ਮਹਾਰਾਜ ਕੇ ਪਾਸ ਵਸਤੂ ਆਈ ਹੈ, ਤੇ ਮਹਾਰਾਜ ਹੋਰ ਹੀ ਕੌਤਕ ਵਰਤਾ ਰਹੇ ਹਨ। ਸੋ ਕਿਸੇ ਦੀ ਜ਼ਿਹਨ ਦੇ ਅੰਦਰ ਇਹ ਜਿਹੜੀ ਰਮਜ ਹੈ, ਇਹ ਜਿਹੜੀ ਵਿਥਿਆ ਹੈ, ਸਮਝ ਨਹੀਂ ਆ ਰਹੀ ਹੈ। ਨਹਿ ਕੋ ਦਿਨ ਇਸ ਕੋ ਸੁਖ ਲਿਓ। ਤੇ ਇਹ ਵੀ ਵਿਚਾਰ ਉੱਠਦੀ ਹੈ ਬਹੁਤਿਆਂ ਹਿਰਦਿਆਂ ਦੇ ਅੰਦਰ ਵੀ ਮਹਾਰਾਜ ਨੇ ਜੇ ਵਸਤੂ ਮੰਗਵਾਈ ਹੈ, ਤੇ ਜ਼ਰੂਰ ਇਹਦੀ ਕਿਤੇ ਵਰਤੋਂ ਕਰਨੀ ਹੋਵੇਗੀ। ਸੋ ਜੇ ਵਰਤੋਂ ਹੀ ਨਹੀਂ ਕਰਨੀ ਤੇ ਇਦਾਂ ਸਾੜਨਾ ਹੀ ਹੈ, ਫਿਰ ਇਹਦਾ ਮਤਲਬ ਕੀ ਹੈ? ਜੇ ਇਤਨੀ ਕੀਮਤੀ ਵਸਤੂ ਹੈ, ਸੋਨੇ ਦੀ ਬਣੀ ਪਾਲਕੀ, ਉਹਦੇ ਉੱਪਰ ਸੋਨਾ ਚੜਿਆ, ਸੋ ਇਹਨੂੰ ਬਿਨਾਂ ਕਿਸੇ ਵਰਤੋਂ ਤੋਂ ਹੀ ਮਹਾਰਾਜ ਆਪਣੀ ਮੌਜ ਵਿੱਚ ਇਦਾਂ ਸਾੜ ਰਹੇ ਹਨ। ਇਹਦਾ ਕੋਈ ਸੁੱਖ ਵੀ ਨਹੀਂ ਮਾਣਿਆ ਹੈ। ਆਵਤ ਹੀ ਜਰਾਏ ਕਰ ਦਿਓ। ਆਵਤ ਹੀ ਭਾਵ ਘਰ ਅੰਦਰ ਅਜੇ ਆਏ ਨੂੰ 1-2 ਦਿਨ ਤੋਂ ਮਸੰਦ ਦੇ ਕੇ ਗਏ ਹਨ, ਤੇ ਅੱਜ ਮਹਾਰਾਜ ਨੇ ਸੰਗਤ ਦਾ ਇਕੱਠ ਕਰਕੇ ਤੇ ਇਹ ਸਭ ਕੁਝ ਕਰ ਦਿੱਤਾ ਹੈ, ਭਾਵ ਇਸ ਨੂੰ ਸਾੜ ਰਹੇ ਹਨ। ਜਾਏ ਨਾਨਕੀ ਨਿਕਟ ਬਤਾਵਾ। ਤੇ ਜਿਹੜੇ ਮਹਾਰਾਜ ਜੀ ਕੇ ਪਾਸ ਸਿੱਖ ਮਸੰਦ ਸਨ, ਉਹਨਾਂ ਨੇ ਫਟਾਫਟ ਦੌੜ ਕੇ ਬਾਤ ਮਹਾਰਾਜ ਕੇ ਮਾਤਾ ਨਾਨਕੀ ਦਾਦੀ ਜੀ ਨੂੰ ਦੱਸੀ ਹੈ ਜੀ। ਸੋ ਪਾਵਕ ਕੇ बीच ਜਰਾਵਾ। ਕਹਿਣ ਲੱਗੇ, ਮਾਤਾ ਨਾਨਕੀ ਜੀ, ਆਪ ਜੀ ਦੇ ਪੋਤਰੇ ਨੇ ਅੱਜ ਨਵਾਂ ਕੌਤਕ ਕਰ ਦਿੱਤਾ ਹੈ। ਪਹਿਲੇ ਹੁਕਮ ਦੇ ਕਰਕੇ
ਬੇਸ਼ਕੀਮਤੀ ਇੱਕ ਪਾਲਕੀ ਮੰਗਵਾਈ ਸੋਨੇ ਦੀ ਤੇ ਉਹਨੂੰ ਬਿਨਾਂ ਵਰਤੋਂ ਤੋਂ ਹੀ ਅੱਗ ਵਿੱਚ ਰੱਖ ਕਰਕੇ ਸਾੜ ਦਿੱਤਾ ਹੈ ਜੀ। ਸੁਨ ਕਰ ਦਾਸਨ ਸਾਥ ਬਖਾਨਾ। ਜਿਸ ਵਕਤ ਮਾਤਾ ਜੀਆਂ ਨੇ ਬਾਤ ਸੁਣੀ, ਉਹ ਆਪਣੇ ਸੇਵਕਾਂ ਦੇ ਨਾਲ ਇਉਂ ਬਾਤ ਕਰਨ ਲੱਗੇ ਹਨ। ਮਹਾਪੁਰਖ ਹੈ ਗੁਰੂ ਮਹਾਨਾ। ਮਾਤਾ ਜੀ ਕਹਿਣ ਲੱਗੇ, ਠੀਕ ਹੈ, ਰਿਸ਼ਤੇ ਵਿੱਚ ਅਸੀਂ ਇਹਨਾਂ ਦੇ ਦਾਦੀ ਜੀ ਲੱਗਦੇ ਹਾਂ, ਲੇਕਿਨ ਭਾਈ ਸਿੱਖੋ ਸੱਚ ਜਾਣੋ, ਇਹ ਬਹੁਤ ਵੱਡੇ ਮਹਾਂਪੁਰਖ ਅੰਤਰਯਾਮੀ ਸਤਿਗੁਰੂ ਹਨ। ਇਹ ਕੀ ਕੁਝ ਕਰ ਰਹੇ ਹਨ, ਕਿਉਂ ਕਰ ਰਹੇ ਹਨ, ਕਿਸ ਵੇਲੇ ਕੀਤਾ ਗਿਆ, ਇਹਦੇ ਪ੍ਰਥਾਏ ਸਾਨੂੰ ਵੀ ਕੁਝ ਪਤਾ ਨਹੀਂ, ਅਸੀਂ ਕੁਝ ਨਹੀਂ ਕਹਿ ਸਕਦੇ। ਉਹਨਾਂ ਦੀ ਮੌਜ ਹੈ, ਜੇ ਲੋੜ ਹੈ ਤੇ ਮੰਗਵਾ ਲਈ, ਜੇ ਨਹੀਂ ਕੁਝ ਉਹਨਾਂ ਦੇ ਪਸੰਦ ਆਇਆ ਜਾਂ ਨਹੀਂ ਗੁਰੂ ਦੇ ਮਨ ਨੂੰ ਭਾਈ, ਜਾਂ ਕੁਝ ਅਗੰਮੀ ਕੌਤਕ ਵੀ ਹੋ ਸਕਦਾ ਹੈ। ਜੋ ਵੀ ਹੈ, ਕਿਉਂ ਸਾੜੀ ਹੈ, ਕਿਉਂ ਮੰਗਵਾਈ ਹੈ, ਕੀ ਕੁਝ ਕਰ ਰਹੇ ਹਨ, ਮਹਾਂਪੁਰਖ ਗੁਰੂ ਮਹਾਨਾ, ਇਹ ਤੇ ਗੁਰੂ ਆਪ ਹੀ ਜਾਣਦੇ ਹਨ। ਹੁਕਮ ਨਾ ਫੇਰਿਓ ਜਾਏ ਤਿਨੋਂ ਕਾ। ਤੇ ਦਾਦੀ ਮਾਤਾ ਨਾਨਕੀ ਜੀ ਕਹਿਣ ਲੱਗੇ ਵੀ ਸਾਡੇ ਕੋਲ ਇਹ ਸਮਰੱਥਾ ਨਹੀਂ ਹੈ। ਭਾਵੇਂ ਕਿ ਦਾਦੀ ਮਾਤਾ ਜੀ ਉਮਰ ਕਰਕੇ ਬਿਰਧ ਮਾਤਾ ਨੇ, ਤੇ ਲਾਲ ਗੋਬਿੰਦ ਰਾਏ ਜੀ ਦੀ ਉਮਰ ਕੋਈ 5 ਕੁ ਵਰਿਆਂ ਦੀ ਹੈ। ਸੋ ਸਾਡੇ ਕੋਲੇ ਹੁਕਮ, ਸਾਡੇ ਪਾਸ ਇਹ ਸਮਰੱਥਾ ਨਹੀਂ ਹੈ ਵੀ ਅਸੀਂ ਇਹਨਾਂ ਦੇ ਹੁਕਮ ਨੂੰ ਮੋੜ ਦਈਏ, ਅਸੀਂ ਕਹੀਏ ਵੀ ਤੁਸੀਂ ਇਹ ਕਿਉਂ ਕਰ ਰਹੇ ਹੋ। ਵੈਸੇ ਅਕਸਰ ਸੰਸਾਰਿਕ ਬਿਰਤੀ ਦੇ ਵਿੱਚ ਇਹ ਸਵਾਲ ਹੁੰਦੇ ਨੇ। ਆਪਾਂ ਕਹਿ ਸਕਦੇ ਹਾਂ, ਜੇ ਕੋਈ ਬੱਚਾ ਕੋਈ ਵੱਖਰਾ ਕੌਤਕ ਕਰੇ ਤੇ ਮਾਪਿਓ ਕਈ ਵਾਰ ਉਹਨੂੰ ਡਾਂਟਦੇ ਵੀ ਨੇ, ਕੋਈ ਲੋੜ ਪੈਣ ਤੇ ਚਪੇੜ ਆਦਿਕ ਵੀ ਲਾ ਦਿੰਦੇ ਨੇ। ਲੇਕਿਨ ਮਾਤਾ ਜੀ ਕਹਿਣ ਲੱਗੇ ਵੀ ਇਹ ਸੰਸਾਰਿਕ ਬੱਚੇ ਤੇ ਹੈ ਨਹੀਂ ਨੇ। ਜੋ ਕੌਤਕ ਅਸੀਂ ਇਹਨਾਂ ਦੇ ਵੇਖੇ ਹਨ, ਇਹ ਸੰਸਾਰਿਕ ਮਨੁੱਖ ਤੇ ਹੈ ਨਹੀਂ, ਇਹ ਤੇ ਪੂਰਨ ਪੁਰਖ ਨੇ। ਤੇ ਪੂਰਨ ਪੁਰਖ ਆਪਣੀ ਮੌਜ ਵਿੱਚ ਕੀ ਕਰ ਰਹੇ ਨੇ, ਅਸੀਂ ਕੁਝ ਨਹੀਂ ਕਹਿ ਸਕਦੇ। ਤੇ ਨਾ ਹੀ ਸਾਡੇ ਪਾਸ ਕੋਈ ਐਸੀ ਸਮਰੱਥਾ ਅਸੀਂ ਹੁਕਮ ਦੇ ਕੇ ਕਹੀਏ ਕਿ ਬੇਟਾ ਇਦਾਂ ਨਹੀਂ ਕਰਨਾ। ਸੋ ਜੋ ਇਹਨਾਂ ਦਾ ਹੁਕਮ ਹੈ, ਜੋ ਇਹਨਾਂ ਦੀ ਮੌਜ ਹੈ, ਉਹ ਇਹ ਆਪਣੀ ਮੌਜ ਵਿੱਚ ਕਰਨਗੇ, ਅਸੀਂ ਰੋਕ ਨਹੀਂ ਸਕਦੇ ਹਾਂ। ਨਿਕਸਤ ਮੁਖ ਤੇ ਫੁਰੈ ਜਿਨੋ ਕਾ। ਕਿਉਂਕਿ ਇਹ ਇਤਨੇ ਮਹਾਨ ਪੁਰਖ ਨੇ, ਉਮਰ ਭਾਵੇਂ ਇਹਨਾਂ ਦੀ ਛੋਟੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸੁਪੁੱਤਰ ਨੇ ਲਾਲ ਗੋਬਿੰਦ ਰਾਏ ਜੀ। ਬਖਸ਼ਿਸ਼ ਇਤਨੀ ਹੈ ਹਿਰਦੇ ਵਿੱਚ ਕਿ ਇਹ ਆਪਣੇ ਮੁਖ ਤੋਂ ਜੋ ਕਹਿ ਦਿੰਦੇ ਹਨ ਉਹ ਫੁਰ ਜਾਂਦਾ। ਫੁਰਨ ਦਾ ਮਤਲਬ ਹੈ ਵੀ ਬਚਨ ਹੋਇਆ ਨਹੀਂ ਕਿ ਉਧਰ ਸੱਤ ਹੋ ਗਿਆ। ਜੇ ਕਿਸੇ ਨੂੰ ਅਸੀਸ ਦੇ ਦਿੱਤੀ, ਉਹਦਾ ਕਾਰਜ ਰਾਸ ਹੋ ਗਿਆ। ਤੇ ਜੇ ਕਿਸੇ ਲਈ ਉੱਦਾਂ ਵੀ ਬਚਨ ਪੂਰਾ ਹੋ ਗਿਆ ਤੇ ਇਹ ਵੀ ਸਮਝੋ ਫਿਰ ਉਹਦਾ ਦੂਜੇ ਪਾਸੋਂ ਵੀ ਪਾਰ ਉਤਾਰਾ ਹੋ ਜਾਂਦਾ। ਸੋ ਇਸ ਵੇਲੇ ਜੋ ਕੁਝ ਵੀ ਕਰਦੇ ਹਨ, ਜੋ ਕੁਝ ਵੀ ਕਹਿੰਦੇ ਹਨ, ਇਹਨਾਂ ਦਾ ਕਿਆ ਹੋਇਆ, ਬੋਲਿਆ ਹੋਇਆ, ਕੀਤਾ ਹੋਇਆ ਸਭ ਸਫਲ ਹੁੰਦਾ ਹੈ। ਲੱਗੀ ਆਗ ਸਗਰੋ ਜਰ ਗਇਓ। ਦੂਸਰੇ ਪਾਸੇ ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਹਨ ਕਿ ਜਿਸ ਵਿਦ ਮਹਾਰਾਜ ਜੀਆਂ ਨੇ ਉਸ ਬਾਲਣ ਨੂੰ ਅੱਗ ਲਾ ਦਿੱਤੀ, ਉੱਪਰ ਪਾਰਕੀ ਰੱਖੀ, ਅੱਗ ਲੱਗ ਗਈ ਤੇ ਜੋ ਕੁਝ ਵੀ ਸੀ ਸਮੇਤ ਬਾਲਣ ਪਾਲਕੀ ਸਭ ਸੜ ਕੇ ਸੁਆਹ ਹੋ ਗਿਆ। ਸੀਤਲ ਪਸਮੋ ਜਬੈ ਤਿਸ ਪਇਓ। ਤੇ ਜਿਸ ਵਕਤ ਸੜ ਕੇ ਸਭ ਕੁਝ ਸੁਆਹ ਹੋਇਆ, ਕੁਝ ਸਮੇਂ ਬਾਅਦ ਅੱਗ ਵੀ ਠੰਡੀ ਹੋ ਗਈ। ਅੱਗ ਠੰਡੇ ਹੋਣ ਤੋਂ ਉਪਰੰਤ ਜੀ ਜਿਤੋ ਹੇਮ ਤਿਸ ਤੇ ਨਿਕਸਾਇਓ। ਤੇ ਫਿਰ ਮਹਾਰਾਜ ਨੇ ਹੁਣ ਕੀਤਾ ਕਿ ਇਹਦੇ ਵਿੱਚੋਂ ਉਹ ਵਸਤੂ ਕੱਢਣ ਦਾ ਯਤਨ ਕੀਤਾ ਜਿਹਦਾ ਦਾਅਵਾ ਕੀਤਾ ਜਾਂਦਾ ਸੀ। ਜਿਵੇਂ ਵਿਦਵਾਨ ਸੱਜਣ ਜ਼ਿਕਰ ਕਰਦੇ ਨੇ ਵੀ ਕੋਈ 7 ਕਿਲੋ ਕਰੀਬ ਸੋਨਾ ਉਸ ਪਾਲਕੀ ਤੇ ਚੜਿਆ ਹੋਇਆ, ਤੇ ਮਹਾਰਾਜ ਕਹਿਣ ਲੱਗੇ ਭਾਈ ਸਿੱਖੋ ਇਉਂ ਕਰੋ, ਹੁਣ ਅੱਗ ਠੰਡੀ ਹੋ ਚੁੱਕੀ ਹੈ ਤੇ ਜਿੰਨੇ ਸੋਨੇ ਦੀ ਗੱਲ ਕਰਦੇ ਨੇ ਨਾ, ਇਹਦੇ ਚੋਂ ਫਰੋਲ ਕੇ ਕੱਢ ਲਓ, ਕਿਉਂਕਿ ਸੋਨਾ ਇੱਕ ਐਸੀ ਧਾਤੂ ਹੈ ਜਿਹੜੀ ਕਦੇ ਸੜਿਆ ਨਹੀਂ ਕਰਦੀ। ਆਪ ਨੂੰ ਪਤਾ ਹੋਵੇਗਾ ਗੁਰਮੁਖੋ। ਹੋਰ ਬਾਕੀ ਸਾਰੀ ਧਾਤੂ ਅੱਗ ਸਾੜ ਕੇ ਸੁਆਹ ਕਰ ਦਿੰਦੀ ਹੈ, ਲੇਕਿਨ ਸੋਨਾ ਘੰਟਿਆਂ ਬੱਧੀ ਅੱਗ ਵਿੱਚ ਪਿਘਲਦਾ ਰਹੇ, ਸੜਦਾ ਰਹੇ, ਕਦੇ ਉਹ ਨਾਸ ਨਹੀਂ ਹੁੰਦਾ। ਇਸੇ ਲਈ ਉਹਨੂੰ ਕੰਚਨ ਕਿਹਾ ਜਾਂਦਾ ਹੈ, ਕਿਉਂਕਿ ਉਹ ਇੱਕ ਐਸੀ ਸ਼ੁੱਧ ਧਾਤੂ ਹੈ, ਅੱਗ ਚਾਹ ਕੇ ਵੀ ਉਸ ਦਾ ਮੂਲ ਨਾਸ ਨਹੀਂ ਕਰ ਸਕਦੀ। ਹਾਂ, ਅਗਰ ਸੋਨੇ ਦੇ ਅੰਦਰ ਕੋਈ ਮਲੀਨਤਾ ਹੈ, ਸੋਨੇ ਦੇ ਅੰਦਰ ਕੋਈ ਮੈਲ ਹੈ, ਸੋਨੇ ਦੇ ਅੰਦਰ ਕੋਈ ਦੂਜੀ ਧਾਤੂ ਰਲੀ ਹੋਈ ਹੈ, ਉਹ ਜ਼ਰੂਰ ਅੱਗ ਦੇ ਸੇਕ ਦੇ ਨਾਲ ਨਾਸ ਹੋ ਜਾਂਦੀ ਹੈ, ਸੜ ਜਾਂਦੀ ਹੈ। ਸੋਨਾ ਓਨਾ ਹੀ ਰਹਿੰਦਾ ਜਿੰਨਾ ਸ਼ੁੱਧ ਉਹਦੇ ਵਿੱਚ ਆਪਣੀ ਕੁਆਲਿਟੀ ਹੈ। ਇਸ ਲਈ ਮਹਾਰਾਜ ਕਹਿਣ ਲੱਗੇ ਭਾਈ ਸਿੱਖੋ ਇਉਂ ਕਰੋ, ਜਿਹੜੇ ਮਸੰਦ ਕਹਿੰਦੇ ਸਨ ਨਾ ਵੀ ਇੰਨਾ ਸੋਨਾ ਲਾ ਕੇ ਤੁਹਾਡੇ ਸੇਵਾ ਲਿਤ ਪਾਲਕੀ ਤਿਆਰ ਕਰਵਾਈ ਹੈ, ਅੱਗ ਠੰਡੀ ਹੋ ਚੁੱਕੀ ਹੈ, ਬਾਕੀ ਸਭ ਕੁਝ ਸੜ ਚੁੱਕਾ ਹੈ, ਦੂਜੀ ਧਾਤੂ ਵੀ ਨਾਸ ਹੋ ਗਈ ਹੋਣੀ ਨਿਸ਼ਚਾ ਹੈ, ਸੋਨਾ ਨਹੀਂ ਸੜਦਾ। ਇਉਂ ਕਰੋ ਹੁਣ ਉਹ ਜਿਹੜੀ ਰਾਖ ਹੈ
ਜਿਹੜੀ ਸਵਾਹ ਹੈ ਉਸ ਨੂੰ ਫਰੋਲ ਕੇ ਉਹ ਸਾਰਾ ਸੋਨਾ ਉਹਦੇ ਵਿੱਚੋਂ ਚੁਗ ਲਓ, ਇਕੱਠੇ ਕਰ ਲਓ ਜੀ। ਕਹਿ ਸਤਿਗੁਰ ਨੇ ਸਰਬ ਚੁਨਾਇਓ। ਮਹਾਰਾਜ ਜੀ ਨੇ ਆਪਣੀ ਹਜ਼ੂਰੀ ਵਿੱਚ ਸੇਵਕ ਸਿੱਖਾਂ ਨੂੰ ਹੁਕਮ ਦਿੱਤੇ ਤੇ ਆਪ ਪਾਸ ਖੜੇ ਹੋ ਕਰਕੇ ਉਹਦੇ ਵਿੱਚੋਂ ਉਹ ਸਾਰਾ ਤੱਤ, ਉਹ ਕੀਮਤੀ ਕੰਚਨ ਇਕੱਤਰ ਕਰਵਾਇਆ ਹੈ। ਨੀਕੇ ਜਲ ਮੈਂ ਕੀਨ ਪਖਾਰਨ। ਫਿਰ ਮਹਾਰਾਜ ਨੇ ਇੱਕ ਵੱਡੇ ਬਰਤਨ ਦੇ ਵਿੱਚ ਉਸ ਨੂੰ ਇਕੱਠਾ ਕਰਵਾਇਆ ਤੇ ਸ਼ੁੱਧ ਜਲ ਲੈ ਕਰਕੇ ਉਹਨੂੰ ਪਖਾਰਨ, ਭਾਵ ਉਹਦੇ ਉੱਪਰ ਜਿਹੜੀ ਸਵਾਹ ਆਦਿਕ ਜਿਵੇਂ ਬਲਣ ਤੋਂ ਬਾਅਦ ਜੋ ਟੁਕੜੇ ਬਚੇ ਜਾਂ ਜਿੰਨਾ ਕੁ ਹੱਥ ਲੱਗਾ ਉਹ ਸਾਰਾ ਫਿਰ ਉਸ ਨੂੰ ਧਵਾਉਂਦੇ ਹਨ। ਨਿਕਟ ਅਨਾਇਓ ਕਰੋ ਨਿਹਾਰਨ। ਫਿਰ ਮਹਾਰਾਜ ਕਹਿਣ ਲੱਗੇ ਚੰਗੀ ਤਰ੍ਹਾਂ ਇਸ ਨੂੰ ਸਾਫ਼ ਕਰਕੇ ਤੇ ਇੱਥੇ ਸਾਡੇ ਪਾਸ ਲੈ ਆਓ, ਵੀ ਅਸੀਂ ਹੁਣ ਵੇਖਣਾ ਚਾਹੁੰਦੇ ਹਾਂ। ਕਿਉਂਕਿ ਬਾਤ ਇੱਥੋਂ ਸ਼ੁਰੂ ਹੋਈ ਸੀ। ਮਾਤਾ ਜੀ ਨੇ ਕਿਹਾ ਸੀ ਕਿੰਨੇ ਪਿਆਰ ਵਾਲੇ ਸਿੱਖ ਨੇ ਮਹਾਰਾਜ, ਤੁਹਾਡੀ ਸੇਵਾ ਵਿੱਚ ਦਿਨੇ ਰਾਤ ਹਾਜ਼ਰ ਰਹਿੰਦੇ ਨੇ ਤੇ ਜੋ ਵੀ ਹੋਵੇ ਸੰਗਤ ਜੋ ਵੀ ਦੇਵੇ ਤੁਹਾਡੇ ਲਿਆ ਕੇ ਹਾਜ਼ਰ ਕਰਦੇ ਨੇ। ਮਹਾਰਾਜ ਕਹਿਣ ਲੱਗੇ ਮਾਤਾ ਜੀ ਭੁਲੇਖੇ ਵਿੱਚ ਨਾ ਰਹੋ, ਇਹ ਜੋ ਕੁਝ ਜਿੱਦਾਂ ਸਨਮੁਖ ਬਾਹਰੀ ਪੱਧਰ ਤੇ ਬਾਹਰ ਪੱਖੀ ਕਰ ਰਹੇ ਨੇ ਨਾ, ਅੰਦਰੋਂ ਵੈਸੇ ਨਹੀਂ ਨੇ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆਂ। ਤੁਹਾਨੂੰ ਲੱਗ ਰਹੇ ਨੇ ਵੀ ਇਹ ਬਾਹਰੋਂ ਸਾਡੀ ਬਹੁਤ ਸੇਵਾ ਕਰਦੇ ਨੇ, ਅੰਦਰ ਇਹਨਾਂ ਦੇ ਕੁਝ ਹੋਰ ਚੱਲਦਾ ਹੈ। ਮਾਤਾ ਜੀ ਮੰਨੇ ਨਹੀਂ। ਮਹਾਰਾਜ ਨੇ ਕਿਹਾ ਚੰਗਾ ਭਲਾ ਭਾਈ, ਜਦੋਂ ਸਮਾਂ ਆਵੇਗਾ ਤੁਹਾਨੂੰ ਇਹ ਵੀ ਸੱਚ ਕਰਕੇ ਵਿਖਾ ਦੇਵਾਂਗੇ। ਸੋ ਅੱਜ ਐਸੀ ਖੇਡ ਬਣ ਗਈ ਹੈ। ਸੋ ਜਿਹੜਾ ਸੋਨਾ ਜਿਤਨਾ ਵੀ ਉਹਦੇ ਵਿੱਚ ਇਕੱਤਰ ਹੁੰਦਾ ਹੈ, ਮਹਾਰਾਜ ਕਹਿਣ ਲੱਗੇ ਇਹਨੂੰ ਚੰਗੀ ਤਰ੍ਹਾਂ ਧੋਵੋ ਤੇ ਧੋਣ ਤੋਂ ਉਪਰੰਤ ਸਾਰਾ ਇਕੱਠਾ ਕਰਕੇ ਇੱਧਰ ਸਾਡੇ ਸਨਮੁਖ ਲਿਆ ਕਰ ਰੱਖੋ ਜੀਓ। ਦਾਸਨ ਕੇ ਕਰ ਮੈਂ ਉਚਵਾਏ। ਆਪਣੇ ਸੇਵਕਾਂ ਦੇ ਨਿੱਜੀ ਸਿੱਖ ਜਿਹੜੇ ਮਹਾਰਾਜ ਜੀ ਦੀ ਸੇਵਾ ਕਰਦੇ ਹਨ, ਉਹਨਾਂ ਦੇ ਹੱਥ ਤੋਂ ਇਹ ਸਾਰਾ ਕਾਰਜ ਕਰਵਾ ਰਹੇ ਸਨ। ਅੰਤਰ ਮਾਤਾ ਤੀਰ ਸਿਧਾਏ। ਇਤਨੇ ਨੂੰ ਮਾਤਾ ਨਾਨਕੀ ਜੀ ਜਿਹੜੇ ਕਿ ਅੰਦਰ ਸਨ ਉਹਨਾਂ ਨੇ ਵੀ ਪਾਸ ਆਏ। ਇਹ ਸਾਰਾ ਕੌਤਕ ਸਭ ਕੁਝ ਹੁੰਦਾ ਆਪਣੇ ਅੱਖੀ ਵੇਖਿਆ ਹੈ। ਧਰਿਓ ਸੁਜਾਏ ਨਾਨਕੀ ਪਾਸ। ਤੇ ਜਿਸ ਵਕਤ ਇਹ ਸਾਰਾ ਕਾਰਜ ਸੰਪੂਰਨ ਹੋਇਆ, ਸਾਰਾ ਉਹਦੇ ਵਿੱਚੋਂ ਤੱਤ ਚੁਣ ਲਿਆ ਗਿਆ, ਰਾਖ ਵੱਖਰੀ ਕਰ ਦਿੱਤੀ ਗਈ। ਕਿਉਂਕਿ ਸੋਨਾ ਮੈਂ ਫਿਰ ਬੇਨਤੀ ਕਰਾਂ ਕਦੇ ਸੜਿਆ ਨਹੀਂ ਕਰਦਾ। ਸੋ ਉਹ ਸਭ ਇਕੱਤਰ ਕਰਕੇ ਤੇ ਫਿਰ ਇਕੱਠਾ ਕਰਕੇ ਮਾਤਾ ਨਾਨਕੀ ਜੀ ਕੇ ਸਨਮੁਖ ਲਿਜਾ ਕਰਕੇ ਮਹਾਰਾਜ ਜੀਆਂ ਨੇ ਰਖਵਾ ਦਿੱਤਾ ਹੈ। ਤਿਨ ਕੀ ਇਹ ਕਰਤੂਤ ਨਿਹਾਰੋ। ਤੇ ਨਾਲ ਹੀ ਮਾਤਾ ਜੀ ਨੂੰ ਕਹਿਣ ਲੱਗੇ ਵੀ ਮਾਤਾ ਜੀ ਆ ਨੇ ਤੁਹਾਡੇ ਉਹ ਸਿੱਖ ਜਿਨ੍ਹਾਂ ਤੇ ਤੁਸੀਂ ਦਾਅਵੇ ਕਰਦੇ ਸੀ, ਜਿਹੜੇ ਕਹਿੰਦੇ ਸੀ ਵੀ ਲਾਲ ਗੋਬਿੰਦ ਰਾਏ ਜੀ ਇਹ ਸਾਡੀ ਬੜੀ ਤਨੋ ਮਨੋ ਸੇਵਾ ਕਰਦੇ ਨੇ, ਦਿਨੇ ਰਾਤ ਗੁਰੂ ਗੁਰੂ ਕਰਦੇ ਨੇ, ਦਿਨੇ ਰਾਤ ਫਿਰਦੇ ਨੇ ਸੰਸਾਰ ਵਿੱਚ, ਤੁਹਾਡੀ ਕਾਰਪੇਟਾ ਉਗਰਾ ਕੇ ਲਿਆਉਂਦੇ ਨੇ। ਮਹਾਰਾਜ ਕਹਿਣ ਲੱਗੇ ਮਾਤਾ ਜੀ ਕਰ ਲਓ ਦਰਸ਼ਨ। ਆ ਨੇ ਉਹ ਸਿੱਖ। ਕੀ ਹੈ? ਅੰਤਰ ਮਾਤਾ ਤੀਰ ਸਦਾਏ। ਮਾਤਾ ਜੀ ਅੰਦਰ ਗਏ। ਧਰਿਓ ਸੁਜਾਏ ਨਾਨਕੀ ਪਾਸ। ਬੜੋ ਮਸੰਦ ਬੁਲਾਕੀ ਦਾਸ। ਤਿਸ ਕੀ ਇਹ ਕਰਤੂਤ ਨਿਹਾਰੋ। ਆ ਕੀਤਾ ਜੀ ਤੁਹਾਡੇ ਮਸੰਦ ਨੇ। ਕੀ ਕੀਤਾ? ਸੰਗਤ ਕੋਲੋਂ ਤੇ ਲੱਖਾਂ ਰੁਪਈਆ ਇਕੱਠਾ ਕੀਤਾ। ਲੱਖਾਂ ਰਜਤ ਪਨ ਉਗਰਾਏ ਹਨ ਵੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਸੋਨੇ ਦੀ ਪਾਲਕੀ ਦੇ ਹੁਕਮ ਕੀਤੇ ਨੇ ਤੇ ਉਹਨਾਂ ਨੂੰ ਆਪਸ ਬਣਵਾ ਕੇ ਦੇਣੀ ਹੈ। ਤੇ ਸੰਗਤ ਨੇ ਤਾਂ ਭਾਵਨਾ ਨਾਲ ਦਸਵੰਧ ਦੀ ਮਾਇਆ ਦੇ ਦਿੱਤੀ ਹੈ। ਹੁਣ ਜੋ ਕੁਝ ਅੱਗੇ ਵਰਤਿਆ ਹੈ, ਜੋ ਕੁਝ ਅੱਗੇ ਹੋਇਆ ਹੈ, ਉਹ ਮਹਾਰਾਜ ਫਿਰ ਦੱਸਦੇ ਹਨ। ਜਿਸ ਤਾਰੀਫ ਕੋ ਆਪ ਉਚਾਰੋ। ਮਹਾਰਾਜ ਮੁਸਕਰਾ ਕੇ ਕਹਿਣ ਲੱਗੇ ਦਾਦੀ ਮਾਂ, ਜਿਨ੍ਹਾਂ ਦੀ ਤੁਸੀਂ ਬਹੁਤ ਤਾਰੀਫ ਕਰਦੇ ਸੀ ਨਾ ਵੀ ਸਾਡਾ ਵੱਡਾ ਮਸੰਦ ਬੜੇ ਪਿਆਰ ਵਾਲਾ ਹੈ, ਜਿਨ੍ਹਾਂ ਦੀ ਤੁਸੀਂ ਬਹੁਤ ਤਾਰੀਫ ਕਰਦੇ ਸੀ, ਆ ਵੇਖੋ ਅੱਜ ਉਹਨਾਂ ਦੀ ਕਰਤੂਤ ਵੇਖੋ। ਅਸੀਂ ਤੁਹਾਨੂੰ ਪ੍ਰਤੱਖ ਵਿਖਾ ਰਹੇ ਹਾਂ, ਇਹਦੇ 'ਚ ਤੇ ਕੋਈ ਛੁਪਾ ਨਹੀਂ ਨਾ। ਤੁਹਾਡੇ ਸਾਹਮਣੇ ਪਾਲਕੀ ਸਾੜੀ ਹੈ, ਕੁਝ ਕੱਢਿਆ ਨਹੀਂ, ਕੁਝ ਪਾਇਆ ਨਹੀਂ, ਜੋ ਕੁਝ ਹੈ ਸਾਹਮਣੇ ਹੈ। ਤੇ ਇਸ ਤਾਰੀਫ ਕੋ ਆਪ ਉਚਾਰੋ। ਤੇ ਇਹ ਵੀ ਸਾਨੂੰ ਤਾਂ ਕਰਨਾ ਪਿਆ ਕਿਉਂਕਿ ਸਾਡੇ ਸਨਮੁਖ ਬੈਠ ਕਰਕੇ ਤੇ ਤੁਸੀਂ ਪਤਾ ਨਹੀਂ ਕਿੰਨੇ ਉਹਨਾਂ ਦੇ ਸੋਹਿਲੇ ਗਾਏ ਹਨ, ਕਿੰਨੀ ਵਾਰ ਉਹਨਾਂ ਦੀ ਤਾਰੀਫ ਕੀਤੀ ਹੈ। ਚਲੋ ਐਸਾ ਵੀ ਹੁੰਦਾ ਹੈ। ਮੈਂ ਬੇਨਤੀ ਕਰਾਂ, ਜੇ ਇੱਕ ਆਧ ਵਾਰ ਕੋਈ ਬਾਤ ਹੋਵੇ ਨਾ ਤੇ ਸਾਡਾ ਗੁਰੂ ਇੰਨਾ ਕੁ ਬਖਸ਼ਾਉਂਦਾ, ਮਹਾਰਾਜ ਬਖਸ਼ ਦਿੰਦੇ ਨੇ। ਕਿਉਂਕਿ ਗੁਰੂ ਤੇ ਅੰਤਰਜਾਮੀ ਹੈ, ਉਹ ਤੇ ਹਰ ਘਟ ਦੀ ਜਾਣਦਾ। ਕੌਣ ਕੈਸੀ ਭਾਵਨਾ ਲੈ ਕੇ ਤੁਰਦਾ, ਗੁਰੂ ਤੋਂ ਕੁਝ ਲੁਕਿਆ ਨਹੀਂ ਗੁਰਮੁਖੋ। ਕਿਹੜਾ ਕਿਸ ਵਿਦ ਕਿੰਨੀ ਸੇਵਾ ਕਰ ਰਿਹਾ, ਗੁਰੂ ਲਈ ਸਭ ਪ੍ਰਤੱਖ ਹੈ। ਗੁਰੂ ਨੂੰ ਸਭ ਦਿਸ ਰਿਹਾ, ਸ਼ੀਸ਼ਾ। ਪਰੰਤੂ ਕਈ ਵਾਰ ਗੁਰੂ ਦੇਖ ਕੇ ਸਾਡੇ ਤੇ ਵੀ ਅੰਡਿੱਠ ਕਰ ਦਿੰਦਾ ਵੀ ਚਲੋ ਕੋਈ ਗੱਲ ਨਹੀਂ। ਲੇਕਿਨ ਜੇ ਫਿਰ ਵੀ ਕੋਈ ਚਲਾਕੀ ਕਰੇ ਜਾਂ ਕੋਈ ਦੂਜਾ ਉਹਦੀ ਹਮਾਇਤ ਕਰਕੇ ਤੇ ਆਪਣੇ ਢੰਗ ਨਾਲ ਉਹਨੂੰ ਚੰਗਾ ਬਣਾਉਣ ਦਾ ਕੋਸ਼ਿਸ਼ ਕਰੇ, ਫਿਰ ਗੁਰੂ ਕਈ ਵਾਰ ਐਸਾ ਪਰਦਾ ਉਘਾੜਦਾ ਵੀ ਕਹਿੰਦਾ ਵੀ ਆਹ ਦੇਖ ਲਓ ਸੱਜਣੋ, ਆ ਜੋ ਕੁਝ ਇੱਥੇ ਵਰਤ ਰਿਹਾ ਸੀ ਉਹ ਆਈ ਹੈ। ਮਹਾਰਾਜ ਨੇ ਕੀਤਾ। ਗੁਰਦੇਵ ਕਹਿਣ ਲੱਗਿਆ ਦੇਖੋ ਮਾਤਾ ਜੀ, ਆ ਉਹੀ ਮਸੰਦ ਹੈ, ਉਸੇ ਦੀ ਕੀਤੀ ਹੋਈ ਕਿਰਤ ਵਿਰਤ ਹੈ, ਉਸੇ ਦੀ ਕਾਰ ਹੈ।
ਜਿਹਦੀ ਤੁਸੀਂ ਦਿਨ ਰਾਤ ਸਾਡੇ ਪਾਸ ਤਾਰੀਫ ਕਰਦੇ ਸੀ। ਬੜ ਸਰਦਾਲੂ ਪੂਰਬ ਦੇਸ। ਤੇ ਇਹੀ ਸੁਣੀਦਾ ਸੀ ਨਾ, ਪਿੱਛੇ ਵੀ ਇੱਕ ਦੋ ਪ੍ਰਸੰਗਾਂ ਵਿੱਚ ਜ਼ਿਕਰ ਆਇਆ ਸੀ ਵੀ ਬਲਾਕੀ ਦਾਸ ਪੂਰਬ ਦੇਸ਼ ਦਾ ਬੜਾ ਸ਼ਰਧਾਲੂ ਮਸੰਦ ਹੈ ਮਹਾਰਾਜ ਜੀ ਕੀ, ਬੜੀ ਸੇਵਾ ਕਰਦਾ ਹੈ। ਦੇਖੋ ਤਿਨਕੇ ਕਪਟ ਵਿਸ਼ੇਸ਼। ਪਰੰਤੂ ਅੱਜ ਤੁਸੀਂ ਆ ਵੇਖੋ ਸਨਮੁਖ ਜੋ ਕਪਟ ਇਹਨਾਂ ਨੇ ਆਪਣੇ ਗੁਰੂ ਨਾਲ ਕੀਤਾ ਹੈ, ਤੇ ਗੁਰਮੁਖੋ ਇਹ ਸਭ ਤੋਂ ਵੱਡਾ ਅਪਰਾਧ ਹੈ। ਮੈਂ ਬੇਨਤੀ ਕਰਾਂ, ਜਾਂ ਤੇ ਗੁਰੂ ਨੂੰ ਗੁਰੂ ਮੰਨੀਏ ਨਾ, ਜਾਂ ਤੇ ਮਨੁੱਖ ਮੁੱਢ ਤੋਂ ਮੁਨਕਰ ਹੋ ਜੇ ਵੀ ਨਹੀਂ ਤੇਰਾ ਸਾਡਾ ਕੋਈ ਵਾਸਤਾ ਨਹੀਂ। ਤੇ ਜੇ ਮੰਨੇ ਤੇ ਸਿੱਖ ਪ੍ਰੇਮ ਨਾਲ ਮੰਨੇ। ਕਿਉਂਕਿ ਜੇ ਇੱਕ ਪਾਸੋਂ ਸਿਰ ਨਵਾਵੇ ਤੇ ਦੂਜੇ ਪਾਸੋਂ ਹੁਜਤ ਕਰੇ, ਗੁਰੂ ਨਾਲ ਕਪਟ ਕਰੇ, ਫਿਰ ਸੱਚ ਜਾਣੋ ਇਹਦੀ ਸਜ਼ਾ ਬਹੁਤ ਵੱਡੀ ਹੁੰਦੀ ਹੈ, ਇਹਦਾ ਦੋਸ਼ ਬਹੁਤ ਵੱਡਾ ਹੁੰਦਾ। ਸੋ ਮਹਾਰਾਜ ਨੇ ਕਿਹਾ ਕਿ ਜਿਹੜਾ ਸਾਨੂੰ ਪ੍ਰੇਮ ਨਾਲ ਭੇਟਾਵਾਂ ਲਿਆ ਕੇ ਦਿੰਦਾ ਹੈ, ਜਿਹੜਾ ਇੱਥੇ ਬੜਾ ਹਾਜ਼ਰ ਨਾਜ਼ਰ ਹੋ ਕੇ ਅੱਗੇ ਹੋ ਕੇ ਸੇਵਾ ਕਰਦਾ, ਜੋ ਉਹਦਾ ਕਪਟ ਵੀ ਵੇਖੋ ਵੀ ਉਹ ਅੰਦਰ ਖਾਤੇ ਕੀ ਕੁਝ ਕਰ ਰਿਹਾ। ਹਾਲਾਂਕਿ ਠੀਕ ਹੈ, ਜੇ ਗੁਰੂ ਨੇ ਪਰਦਾ ਨਹੀਂ ਚੁੱਕਿਆ ਤੇ ਗੱਲ ਵੱਖਰੀ ਸੀ, ਪਰੰਤੂ ਅੱਜ ਸਮਾਂ ਐਸਾ ਬਣ ਗਿਆ। ਸੋ ਮਹਾਰਾਜ ਕਹਿਣ ਲੱਗੇ ਦੇਖੋ ਇਹਦਾ ਕਪਟ ਵੇਖੋ ਮਾਤਾ ਜੀ, ਅਸੀਂ ਤੁਹਾਨੂੰ ਵਿਖਾਉਣ ਲਈ ਇਹ ਸਭ ਕੁਝ ਕੀਤਾ, ਨਹੀਂ ਤੇ ਸਾਡੀ ਤੇ ਕੋਈ ਮਨਸ਼ਾ ਨਹੀਂ ਸੀ। ਜੋ ਜਿੱਦਾਂ ਕਰ ਰਿਹਾ ਆਪਣੀ ਕੀਤੀ ਉਸਨੇ ਆਪ ਭੁਗਤਣਾ ਹੀ ਹੈ। ਇਹ ਮਹਾਰਾਜ ਕੀ ਬਾਣੀ ਵੀ ਕਹਿੰਦੀ ਹੈ ਵੈਸੇ ਗੁਰਮੁਖੋ। ਸੋ ਇਸ ਵਿਧ ਮਹਾਰਾਜ ਨੇ ਅੱਜ ਇਹ ਬਖਸ਼ਿਸ਼ ਕੀਤੀ ਹੈ। ਦਸਮ ਅੰਸ ਕੰਚਨੀ ਸਮਾਹੀ। ਤੇ ਮਹਾਰਾਜ ਕਹਿਣ ਲੱਗੇ ਵੇਖੋ ਤੁਹਾਡੇ ਸਨਮੁਖ ਕਿਹਾ ਸੀ ਨਾ ਵੀ 7 ਕਿਲੋ ਸੋਨੇ ਦੀ ਇਹਦੇ ਉੱਪਰ ਪਰਤ ਚੜੀ ਹੈ ਇਸ ਪਾਲਕੀ ਦੇ, ਤੇ ਤੁਸੀਂ ਇਹਨੂੰ ਵੇਖੋ, ਵਿਚਾਰ ਕੇ ਵੇਖੋ ਵੀ ਜਿੰਨਾ ਕੁ ਨਿਕਲਿਆ ਉਹ ਇਹਦਾ 10ਵਾਂ ਹਿੱਸਾ ਵੀ ਨਹੀਂ ਹੈਗਾ। ਦਸਮ ਅੰਸ਼ ਕੰਚਨ ਸਮਾਹੀ। ਹੁਣ ਕਿੱਥੇ ਗੁਰਮੁਖੋ 7 ਕਿਲੋ ਤੇ ਕਿੱਥੇ ਜੇ ਗੱਲ ਕਰੀਏ 10ਵਾਂ ਹਿੱਸਾ 700 ਗ੍ਰਾਮ ਤੇ ਵੀ ਆ ਜਾਏਗੀ ਗੱਲ। ਸੋ ਇਹ ਤੇ ਬਹੁਤ ਘੱਟ ਹੋ ਗਿਆ ਨਾ। ਹਾਲਾਂਕਿ ਸੰਗਤ ਨੇ ਤੇ ਆਪਣੀ ਮਾਇਆ ਦਾ ਦਸਵੰਧ ਗੁਰੂ ਨਿਮਿਤ ਦਿੱਤਾ ਹੈ, ਤੇ ਦੇਣ ਵਾਲੇ ਨੇ ਅੱਗੇ ਕੀ ਕੀਤਾ ਹੈ। ਸੋ ਮਹਾਰਾਜ ਕਹਿਣ ਲੱਗੇ ਭਾਈ ਇਹ ਸਾਨੂੰ ਸਭ ਪਤਾ ਹੈ ਕੌਣ ਕਿੰਨੀ ਕਿਸ ਥਾਂ ਤੇ ਕਿਵੇਂ ਦੀ ਸੇਵਾ ਕਰ ਰਿਹਾ ਹੈ। ਦਸਮ ਅੰਸ਼ ਕੰਚਨ ਸਮਾਹੀ, ਜਿਹੜੇ ਕਹਿੰਦੇ ਸੀ ਮਹਾਰਾਜ ਸਾਰਾ ਸੋਨਾ ਲੱਗਾ ਇਹਦੇ ਤੇ, ਸੋਨੇ ਦਾ ਤੇ ਇਹਦੇ ਵਿੱਚ 10ਵਾਂ ਹਿੱਸਾ ਵੀ ਨਹੀਂ ਹੈ। ਤਾਂਬਾ ਅਪਰ ਕਰਾਇਓ ਤਾਹੀ। ਇਹਨਾਂ ਨੇ ਮਹਾਰਾਜ ਕਹਿਣ ਲੱਗੇ ਇਹਨਾਂ ਨੇ ਕੀਤਾ ਪਤਾ ਕੀ, ਇਹਦੇ ਵਿੱਚ ਹੋਰ ਧਾਤੂਆਂ ਰਲਾ ਕੇ ਸਾਨੂੰ ਸੋਨਾ ਬਣਾ ਕੇ ਦੇ ਦਿੱਤਾ। ਜਿਵੇਂ ਐਸਾ ਵੀ ਹੈ ਨਾ, ਕਿਉਂਕਿ ਸਾਨੂੰ ਪਤਾ ਵੀ ਕੰਚਨ ਇੱਕ ਸ਼ੁੱਧ ਧਾਤੂ ਹੈ, ਸੋਨਾ ਜਿਹੜਾ ਨਾ ਸ਼ੁੱਧ ਧਾਤੂ ਹੈ, ਜਿਹਦਾ ਸੰਸਾਰ ਵਿੱਚ ਬਹੁਤ ਮੁੱਲ ਹੈ, ਬਹੁਤ ਮੁੱਲੀ, ਬਹੁਤ ਵੱਡੇ ਮੁੱਲ ਦੀ ਧਾਤੂ ਹੈ। ਲੇਕਿਨ ਇੱਥੇ ਮੈਂ ਇੱਕ ਬੇਨਤੀ ਕਰਾਂ, ਜਿੰਨਾ ਕੁ ਰਲਾ ਇਸ ਧਾਤੂ ਵਿੱਚ ਹੋ ਜਾਂਦਾ ਹੋਰ ਕਿਸੇ ਵਿੱਚ ਨਹੀਂ ਹੁੰਦਾ। ਅੱਜ ਆਪਾਂ ਵੇਖੋ ਨਾ ਸੋਨੇ ਵਰਗੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਣ ਜਾਂਦੀਆਂ ਨੇ, ਕਾਰਨ ਰੰਗ ਮਿਲਾ ਦਿੱਤਾ ਜਾਂਦਾ, ਅੰਦਰ ਕੁਝ ਹੋਰ ਹੁੰਦਾ ਹੈ। ਅਸਲ ਲੁਕਾ ਲਈ ਗਈ, ਨਕਲ ਨੂੰ ਅੱਗੇ ਰੱਖ ਦਿੱਤਾ ਗਿਆ। ਮਹਾਰਾਜ ਕਹਿਣ ਲੱਗੇ ਇਹਨਾਂ ਨੇ ਵੀ ਐਸਾ ਹੀ ਕੀਤਾ ਭਾਈ, ਸੋਨਾ ਨਹੀਂ ਲਾਇਆ, ਲਾਇਆ ਤਾਂਬਾ ਹੈ, ਉੱਪਰ ਰੰਗ ਉਸ ਦਾ ਫੇਰ ਕੇ ਤੇ ਸਾਨੂੰ ਠੱਗਣ ਲੱਗੇ ਨੇ ਵੀ ਆ ਵੇਖੋ ਜੀ ਤੁਹਾਡੇ ਲਈ ਸੋਨੇ ਦੀ ਪਾਲਕੀ ਤਿਆਰ ਕੀਤੀ ਹੈ। ਹਾਲਾਂਕਿ ਐਸਾ ਨਹੀਂ ਹੈ, ਨਕਲ ਸਾਡੇ ਸਨਮੁਖ ਰੱਖ ਦਿੱਤੀ ਹੈ ਤੇ ਅਸਲ ਆਪ ਖਾ ਗਏ ਹਨ। ਗੁਰ ਕਰ ਤਿਸ ਮੁਜਰੈ ਸਭ ਦੇਤ। ਗੁਰ ਕਰ, ਤੇ ਵੇਖੋ ਜਿਹੜੀ ਸੰਗਤ ਨੇ ਇਹਨਾਂ ਨੂੰ ਭੇਟਾ ਦਿੱਤੀ ਹੈ ਨਾ, ਉਹ ਇਹਨਾਂ ਨੂੰ ਨਹੀਂ ਦਿੱਤੀ। ਧੰਨ ਗੁਰੂ ਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਬਾਲਪਣੇ ਦੇ ਵਿੱਚ ਹੀ ਇਹ ਕੌਤਕ ਵਰਤਾ ਰਹੇ ਨੇ। ਪਟਨਾ ਸਾਹਿਬ ਦੀ ਧਰਤੀ ਹੈ। ਮਹਾਰਾਜ ਕਹਿਣ ਲੱਗੇ ਸੰਗਤ ਗੁਰੂ ਦੇ ਨਿਮਿਤ ਦਸਵੰਧ ਦਿੰਦੀ ਹੈ, ਨਾ ਕਿ ਕਿਸੇ ਮਸੰਦ ਨੂੰ ਇਹ ਮਾਇਆ ਦਿੱਤੀ ਜਾਂਦੀ ਹੈ। ਗੁਰ ਕਰ ਨਿਤ ਮੁਜਰੈ ਸਭ ਦੇਤ। ਜੋ ਵੀ ਕੋਈ ਜਿੰਨਾ ਕਮਾਉਂਦਾ ਹੈ, ਜਿੰਨੀ ਪ੍ਰਮਾਤਮਾ ਦੀ ਦਿੱਤੀ ਹੋਈ ਕਿਰਤ ਵਿਰਤ ਕੋਈ ਕਰਦਾ ਹੈ, ਉਹਦਾ ਜਿੰਨਾ ਕੋਈ ਹਿੱਸਾ ਦਾਨ ਪੁੰਨ, ਜਿੰਨਾ ਕੋਈ ਕਿਸੇ ਦੀ ਸ਼ਰਧਾ ਹੁੰਦੀ ਹੈ, ਉਹਦੇ ਵਿੱਚੋਂ ਬਣਦਾ ਸੰਗਤ ਗੁਰੂ ਨਿਮਿਤ ਦਿਆ ਕਰਦੀ ਹੈ। ਸਕਲ ਮੋਲ ਹਾ ਟਿਕ ਕੋ ਲੇਤ। ਸਕਲ ਮੋਲ ਭਾਵ ਫਿਰ ਅੱਗੇ ਜਿੰਨਾ ਕੁ ਸੰਗਤ ਦਿੰਦੀ ਹੈ, ਚਲੋ ਗੁਰੂ ਤੇ ਕਿਰਪਾ ਕਰਦਾ ਹੀ ਹੈ, ਲੇਕਿਨ ਅੱਗੇ ਉਹਦੇ ਨਾਲ ਕੀ ਕੁਝ ਵਰਤ ਰਿਹਾ ਹੈ, ਸੋ ਉਹ ਵੀ ਮਹਾਰਾਜ ਦੱਸ ਰਹੇ ਹਨ। ਰਾਖਤ ਘਰ ਸਤਿਗੁਰ ਕੀ ਕਾਰ। ਪਰੰਤੂ ਮਹਾਰਾਜ ਕਹਿਣ ਲੱਗੇ ਮਾਤਾ ਜੀ ਇਹ ਐਸੇ ਹੋ ਚੁੱਕੇ ਨੇ ਕਿ ਸਤਿਗੁਰੂ ਕੀ ਕਾਰ, ਸਤਿਗੁਰੂ ਦੀ ਦਿੱਤੀ ਹੋਈ ਭੇਟਾ ਇਹ ਸਭ ਆਪਣੇ ਘਰ ਰੱਖ ਲੈਂਦੇ ਹਨ ਤੇ ਨਕਲੀ ਮਾਲ ਜਿਹੜਾ ਹੈ ਗੁਰੂ ਘਰ ਲੈ ਆਉਂਦੇ ਹਨ। ਐਸਾ ਹੁੰਦਾ ਗੁਰਮੁਖੋ, ਇਹ ਜਦੋਂ ਲੋਭ ਦੀ ਬਿਰਤੀ ਮਨੁੱਖ ਦੇ ਅੰਦਰ ਵਰਤਦੀ ਹੈ ਨਾ, ਮਹਾਰਾਜ ਜੀ ਨੇ ਬਾਣੀ ਵਿੱਚ ਇੱਕ ਬਚਨ ਲਿਖਿਆ ਬੜਾ ਪਿਆਰਾ। ਮਹਾਰਾਜ ਕਹਿੰਦੇ ਨੇ ਇਹ ਲੋਭ ਇੱਕ ਐਸਾ ਔਗਣ ਹੈ, ਜਦੋਂ ਕਿਸੇ ਮਨੁੱਖ ਦੇ ਅੰਦਰ ਪ੍ਰਵਰਤ ਹੁੰਦਾ ਹੈ ਨਾ, ਤੇ ਉਹਦੀ ਬਿਰਤੀ ਐਸੀ ਹੋ ਜਾਂਦੀ ਹੈ, ਫਿਰ ਉਹ ਆਪਣੇ ਗੁਰੂ ਦੀ ਵੀ ਲੱਜਿਆ ਨਹੀਂ, ਸ਼ਰਮ ਨਹੀਂ ਕਰਦਾ। ਬੜਾ ਪਿਆਰਾ ਬਚਨ ਹੈ ਮਹਾਰਾਜ ਜੀ ਦਾ। ਲੋਭ ਦੀ ਵਿਆਖਿਆ ਕਰਦੇ ਨੇ, ਹੇ ਲੋਭਾ ਲੰਪੜ ਸੰਗ ਸਿਰ ਮੋਰੈ, ਅਨਕ ਲਹਿਰੀ ਕਲੋਲ ਤੇ, ਤਵੰਤ ਜੀਆ ਬਹੁ ਪ੍ਰਕਾਰ ਹੈ, ਅਨਕ ਭਾਂਤ ਬੋ ਡੋਲ ਤੇ।
ਤੇ ਅੱਗੇ ਮਹਾਰਾਜ ਨੇ ਬਾਤ ਲਿਖੀ, ਗੁਰਦੇਵ ਕਰਨ ਲੱਗੇ, ਨੱਚ ਮਿੱਤਰੰ ਨੱਚ ਇਸ਼ਟੰ ਨੱਚ ਬੰਧਵ ਨੱਚ ਮਾਤ ਪਿਤਾ ਤਵ ਲੱਜੈ। ਇਹ ਲੋਭ ਤੂੰ ਇੱਕ ਐਸਾ ਔਗਣ ਹੈ, ਜਦੋਂ ਕਿਸੇ ਹਿਰਦੇ ਵਿੱਚ ਤੇਰਾ ਵਸੇਬਾ ਹੁੰਦਾ ਹੈ, ਫਿਰ ਨਾ ਤੇ ਉਸ ਮਨੁੱਖ ਨੂੰ ਆਪਣੇ ਮਿੱਤਰ ਦੀ ਸ਼ਰਮ ਰਹਿ ਜਾਂਦੀ ਹੈ, ਨੱਚ ਮਿੱਤਰੰ ਨੱਚ ਇਸ਼ਟੰ, ਨਾ ਉਸ ਨੂੰ ਆਪਣੇ ਇਸ਼ਟ ਦੇਵਤਾ ਗੁਰੂ ਦੀ ਕੋਈ ਸ਼ਰਮ ਰਹਿ ਜਾਂਦੀ ਹੈ, ਨੱਚ ਬੰਧਵ, ਨਾ ਉਸ ਨੂੰ ਕਿਸੇ ਆਪਣੇ ਸੰਬੰਧੀ ਰਿਸ਼ਤੇਦਾਰ ਦੀ, ਤੇ ਨੱਚ ਮਾਤ ਪਿਤਾ ਤਵ ਲੱਜਿਆ, ਨਾ ਉਸ ਨੂੰ ਆਪਣੇ ਮਾਂ ਪਿਓ ਦੀ। ਤੇ ਸੱਚ ਜਾਣੋ, ਗੁਰੂ ਮਾਂ ਪਿਓ ਹੀ ਹੁੰਦਾ। ਸੋ ਇਸ ਵੇਲੇ ਮਹਾਰਾਜ ਕਹਿਣ ਲੱਗੇ ਕਿ ਭਾਈ ਵੇਖੋ, ਇਹਨਾਂ ਮਸੰਦਾਂ ਨੇ ਐਸਾ ਕੀਤਾ ਹੈ ਕਿ ਸੰਗਤ ਦੀ ਭੇਟਾ ਆਪਣੇ ਪਾਸ ਰੱਖ ਲਈ ਹੈ, ਤੇ ਆਪਣੇ ਪਾਸੋਂ ਹੁਜਤ ਕਰਕੇ ਆ ਸਾਡੇ ਨਾਲ ਕੀਤਾ ਹੈ, ਭਾਵ ਮਾਇਆ ਆਪ ਵਰਤ ਰਹੇ ਹਨ, ਤੇ ਇਦਾਂ ਦਾ ਇੱਕ ਝੂਠ ਜਿਹਾ ਇਹ ਪਦਾਰਥੇ ਪਾਲਕੀ ਬਣਾ ਕਰਕੇ ਤੇ ਸਾਨੂੰ ਠੱਗ ਰਹੇ ਹਨ। ਪਾਖਤ ਕਰਿਓ ਮੁਹਾਫਾ ਤਿਆਰਾ। ਭਾਖਤ ਕਰਿਓ, ਵੇਖੋ ਮਾਤਾ ਜੀ, ਭਾਖਤ ਦਾ ਮਤਲਬ ਹੁੰਦਾ ਬੋਲ ਕੇ ਕਹਿਣਾ, ਭਾਖਣਾ ਭਾਸ਼ਾ ਤੋਂ, ਜਿਵੇਂ ਭਾਖ ਬੋਲਣਾ। ਭਾਖਤ ਕਰਿਓ, ਸਾਡੇ ਪਾਸ ਆ ਕੇ ਕਹਿੰਦੇ ਸਨ ਵੀ ਮਹਾਰਾਜ ਤੁਹਾਡੀ ਸੇਵਾ ਹੈ ਤੇ ਸਾਰੀ ਇਹ ਕਾਰਜ ਕੀਤੇ ਹਨ, ਇਹ ਜਿਹੜੀ ਪਾਲਕੀ ਹੈ ਤਿਆਰ ਕੀਤੀ ਹੈ। ਐਸੇ ਨਰ ਹੈ ਪੂਰਬ ਦੇਸੇ। ਤੇ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ, ਦਾਦੀ ਮਾਂ, ਐਸੇ ਨੇ ਮਨੁੱਖ ਪੂਰਬ ਦੇਸ਼ ਅੰਦਰ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਸੋ ਨਾ। ਹਾਲਾਂਕਿ ਮਹਾਰਾਜ ਕਹਿਣ ਲੱਗੇ, ਠੀਕ ਹੈ, ਅਸੀਂ ਵੀ ਇੱਥੇ ਜਨਮੇ ਹਾਂ, ਇੱਥੇ ਵਸਦੇ ਹਾਂ, ਇੱਥੇ ਬਖਸ਼ਿਸ਼ਾਂ ਵਰਤਾ ਰਹੇ ਹਾਂ, ਲੇਕਿਨ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਇੱਥੋਂ ਦੇ ਮਨੁੱਖਾਂ ਨੂੰ ਜਾਣਦੇ ਨਹੀਂ ਹਾਂ। ਸਾਡੇ ਤੋਂ ਇੱਥੇ ਕੁਝ ਲੁਕਿਆ ਹੋਇਆ ਹੈ, ਕਿਉਂਕਿ ਗੁਰੂ ਅੰਤਰਜਾਮੀ ਹੈ ਤੇ ਗੁਰੂ ਸਭ ਜਾਣਦੇ ਹਨ। ਇਹ ਉਹ ਹਨ ਜਿਹੜੇ ਮੁਖ ਤੋਂ ਤੇ ਗੁਰੂ ਗੁਰੂ ਕਰਦੇ ਹਨ, ਲੇਕਿਨ ਅੰਦਰੋਂ ਗੁਰੂ ਦੀ ਕਾਰ ਵਿੱਚ ਢਾਲ ਆਉਂਦੇ ਹਨ। ਬੁੱਧ ਹੋਰੀ ਕੂਰੇ ਇਨ ਬੇਸ। ਬੁੱਧ ਹੋਰੀ ਤੋਂ ਭਾਵ ਹੈ ਅੰਤਰਾਤਮੇ ਤੋਂ ਬੁੱਧੀ ਭ੍ਰਸ਼ਟੀ ਹੋਈ ਹੈ, ਮਤ ਭ੍ਰਸ਼ਟੀ ਹੋਈ ਹੈ। ਕੂਰੇ ਇਨ ਦੇਸ਼, ਜਿਸ ਥਾਂ ਤੇ ਵਸਦੇ ਨੇ ਨਾ, ਵੈਸੇ ਚਲੋ ਅਸੀਂ ਇਹ ਨਹੀਂ ਕਹਿ ਸਕਦੇ, ਪਵਿੱਤਰ ਸਥਾਨ ਹੈ ਮਹਾਰਾਜ ਜੀ ਦਾ, ਬੜੇ ਭਗਤੀ ਭਾਵਨਾ ਵਾਲੇ ਵੀ ਹੋਣਗੇ। ਸੋ ਕੁਝ ਐਸੇ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਐਸੀ ਬਿਰਤੀ ਹੁੰਦੀ ਹੈ, ਬੁੱਧ ਭ੍ਰਸ਼ਟੀ ਹੁੰਦੀ ਹੈ, ਤੇ ਮੁਖ ਤੋਂ ਮਿੱਠਾ ਬੋਲਦੇ ਹਨ ਤੇ ਅੰਦਰੋਂ ਕੂੜ ਜ਼ਹਿਰ ਵਰਤਦਾ ਹੈ ਜੀ। ਬੜਿਓ ਕੀ ਜੇ ਅਸਮਤ ਹੈ। ਬੜਿਓ ਕੀ ਆਮ ਦੀ ਨਹੀਂ ਜੇ ਗੁਰਮੁਖੋ ਵੇਖੋ। ਜੇ ਅਸੀਂ ਆਮ ਮਨੁੱਖ ਦੀ ਗੱਲ ਕਰੀਏ ਨਾ, ਤੇ ਵੱਧ ਤੋਂ ਵੱਧ ਉਹ ਗੁਰੂ ਘਰੋਂ ਜਾਂ ਗੁਰੂ ਦੀ ਕਾਰ ਭੇਟਾ ਵਿੱਚੋਂ ਕਿੰਨਾ ਖਾ ਸਕਦਾ। ਮੈਂ ਬੇਨਤੀ ਕਰਾਂ, ਜੇ ਤੇ ਅਸੀਂ ਗੱਲ ਕਰੀਏ ਨੇ ਵੀ ਕੋਈ ਠੱਗ ਹੈ, ਕੋਈ ਮਨੁੱਖ ਗੁਰੂ ਨੂੰ ਦਸਵੰਧ ਨਹੀਂ ਦਿੰਦਾ, ਤੇ ਅਸੀਂ ਕਵਾਂਗੇ ਜੀ ਇਹ ਮਨੁੱਖ ਗੁਰੂ ਨਾਲ ਇਹ ਹੁਜਤ ਕਰਦਾ ਵੀ ਆਪਣੀ ਜਿੰਨੀ ਕਮਾਈ ਹੈ ਉਹਦਾ ਦਸਵੰਧ ਮਹਾਰਾਜ ਨੂੰ ਨਹੀਂ ਦਿੰਦਾ। ਚਲੋ ਉਹਦਾ ਇੱਕ ਔਗਣ ਹੈ, ਲੇਕਿਨ ਉਹਦੀ ਕਮਾਈ ਚੋਂ ਹੀ ਹੈ, ਕੇਵਲ ਜਿੰਨਾ ਕੁ ਕਮਾਉਂਦਾ ਉਹਨੂੰ ਆਪਣੇ ਹਿੱਤ ਖਰਚ ਲੈਂਦਾ, ਗੁਰੂ ਨੂੰ ਨਹੀਂ ਦਿੰਦਾ। ਇਹ ਇੱਕ ਬੜੀ ਇਉਂ ਕਹਿ ਲਈਏ ਸੀਮਤ ਬਾਤ ਹੈ। ਲੇਕਿਨ ਜੇ ਕਿਤੇ ਕੋਈ ਬਹੁਤਾ ਵੱਡਾ ਮਨੁੱਖ ਤੇ ਕੰਮ ਵੀ ਕੀਰਤ ਵੀ ਗੁਰੂ ਕੀ ਕਰੇ, ਤੇ ਉਹਦੇ ਵਿੱਚੋਂ ਵੀ ਹੇਰ ਫੇਰ ਚੱਲੇ, ਮਹਾਰਾਜ ਕਹਿੰਦੇ ਨੇ ਉਹ ਵੀ ਸਾਡੇ ਸਨਮੁਖ ਹੈ। ਤੇ ਇਹ ਕੌਣ ਕਰ ਰਹੇ ਨੇ? ਇਹ ਵੱਡੇ ਆਮ ਮਨੁੱਖ ਨਹੀਂ। ਆਮ ਦੀ ਤੇ ਗੱਲ ਬਹੁਤ ਪਿੱਛੇ ਰਹਿ ਜਾਂਦੀ ਹੈ। ਬਹੁਤ ਵੱਡੇ ਮਨੁੱਖ ਹਨ, ਭਾਵ ਬਲਾਕੀ ਦਾ ਸਾਰੇ ਇਲਾਕੇ ਦਾ ਮਸੰਦ ਥਾਪਿਆ ਹੋਇਆ, ਤੇ ਪੂਰੇ ਪੂਰਬ ਦੇਸ਼ ਢਾਕੇ ਤੋਂ ਸਾਰੀ ਸੰਗਤ ਤੋਂ ਉਗਰਾਹੀ ਇਕੱਠੀ ਕਰਕੇ ਤੇ ਹਰ 6 ਮਹੀਨਿਆਂ ਬਾਅਦ ਮਹਾਰਾਜ ਜੀ ਕੇ ਘਰ ਧਨ ਲੈ ਕੇ ਆਉਂਦਾ ਸੀ, ਉਹ ਮਨੁੱਖ ਹੈ। ਸੋ ਇਹਨਾਂ ਦੀ ਬੁੱਧੀ, ਇਹਨਾਂ ਦੀ ਮਤ ਇਸ ਵਕਤ ਐਸੀ ਹੋ ਚੁੱਕੀ ਹੈ। ਤੋ ਛੋਟਿਓ ਕੀ ਕਹਾਂ ਸੋ ਗਤ ਹੈ। ਤੇ ਮਹਾਰਾਜ ਕਹਿਣ ਲੱਗੇ, ਹੁਣ ਅਸੀਂ ਕਿਹਦੀ ਗੱਲ ਕਰੀਏ ਭਾਈ ਗੁਰਮੁਖੋ ਵੇਖੋ। ਤੋ ਛੋਟਿਓ ਕੀ, ਛੋਟਿਆਂ ਤੋਂ ਭਾਵ ਹੈ ਜਿਹੜੇ ਆਮ ਸਾਡੇ ਵਰਗੇ ਮਨੁੱਖ ਵਰਤਦੇ। ਚਲੋ ਜੇ ਕਿਤੇ ਕੋਈ ਆਪਣੇ ਲੋਭ ਹਿੱਤ, ਆਪਣੀ ਨਿੱਜੀ ਲੋੜ ਹਿੱਤ ਕਿਤੇ ਕੋਈ ਘਾਟਵਾਦ ਹੋ ਜਾਂਦੀ ਹੈ, ਗੁਰੂ ਬਖਸ਼ ਲਵੇ, ਉਹਦਾ ਅਸੀਂ ਦਾਅਵਾ ਨਹੀਂ ਕਰਦੇ, ਕਿਉਂਕਿ ਸੰਸਾਰ ਥਾਂ ਹੀ ਐਸੀ ਹੈ, ਮਾਤ ਲੋਕ ਥਾਂ ਹੀ ਐਸੀ ਹੈ, ਇਹਦੇ ਵਿੱਚ ਕਿਸੇ ਦੇ ਕਰਮ ਦੀ ਕੋਈ ਗਰੰਟੀ ਨਹੀਂ ਹੈ। ਇਹ ਥਾਂ, ਕਿਉਂਕਿ ਸਾਡੀ ਤੇ ਅਰਦਾਸ ਵੀ ਇਹ ਹੁੰਦੀ ਹੈ ਕਿ ਮਹਾਰਾਜ ਤੇਰੀ ਇਹ ਸੰਸਾਰ ਵਿੱਚ ਵਿਚਰਦਿਆਂ ਜੀਵਾਂ ਤੋਂ ਅਨੇਕਾਂ ਗਲਤੀਆਂ ਹੁੰਦੀਆਂ, ਆਪ ਬਖਸ਼ ਲੈਣਾ, ਤੇ ਛੋਟੇ ਅਕਸਰ ਬਖਸ਼ੇ ਵੀ ਜਾਂਦੇ ਨੇ। ਪਰੰਤੂ ਜੇ ਕਿਤੇ ਇਹਨਾਂ ਤੋਂ ਵੱਧ ਕੇ ਮਹਾਤਰਤਾ ਰੱਖਣ ਵਾਲੇ, ਕੋਈ ਵੱਡੇ ਅਹੁਦਿਆਂ ਤੇ ਬਹਿਣ ਵਾਲੇ, ਵੱਡੇ ਕਿਉਂਕਿ ਮਲਾਕੀ ਦਾਸ ਕੋਈ ਆਮ ਮਨੁੱਖ ਥੋੜਾ, ਗੁਰੂ ਨੇ ਆਪਣੇ ਸਾਰੇ ਘਰ ਦੀ ਜ਼ਿੰਮੇਵਾਰੀ ਉਹਦੇ ਹੱਥ ਫੜਾਈ ਹੈ। ਮੇਰੇ ਘਰ ਦੀ ਜਿੰਨੀ ਸੰਗਤ ਭੇਟਾ ਦਿੰਦੀ ਹੈ, ਭਾਈ ਤੂੰ ਲਿਆ ਕੇ ਸਾਡੇ ਹਾਜ਼ਰ ਕਰਨੀ ਹੈ, ਉਸ ਨੂੰ ਇਲਾਕੇ ਦਾ ਮਸੰਦ ਥਾਪਿਆ। ਤੋ ਛੋਟਿਓ ਕੀ ਕੈਸੀ ਗਤ ਹੈ, ਕਿ ਭਾਈ ਮਹਾਰਾਜ ਵੇਖੋ, ਗੁਰਦੇਵ ਕਹਿਣ ਲੱਗੇ ਹੁਣ ਛੋਟਿਆਂ ਦੀ ਕਿਆ ਬਾਤ ਕਰਨੀ ਹੈ। ਦੇਖ ਮਾਤ ਤੂੰ ਸਨ ਹੋਏ ਰਹੀ। ਜਿਸ ਵਕਤ ਮਾਤਾ ਜੀਆਂ ਨੇ ਇਹ ਸਭ ਕੁਝ ਵੇਖਿਆ, ਹੁਣ ਮਾਤਾ ਜੀ ਚੁੱਪ ਕਰ ਗਏ ਹਨ। ਤੇ ਇਸ ਤੋਂ ਅੱਗੇ ਮੇਰਾ ਖਿਆਲ ਹੈ ਕੋਈ ਬੋਲ ਹੁੰਦਾ ਹੀ ਨਹੀਂ ਗੁਰਮੁਖੋ,
ਕਿਉਂਕਿ ਮਾਤਾ ਜੀ ਕਹਿੰਦੇ ਸਨ ਵੀ ਇਹ ਬੜਾ ਚੰਗਾ ਪਿਆਰ ਵਾਲਾ ਹੈ, ਸਾਡੀ ਬਹੁਤ ਸੇਵਾ ਕਰਦਾ ਹੈ, ਪਰੰਤੂ ਅੱਜ ਉਸ ਦਾ ਜੋ ਸੱਚ ਹੈ, ਕਿਉਂਕਿ ਬਾਹਰੀ ਪੱਧਰ ਤੇ ਤਾਂ ਸਾਡੇ ਵਾਂਗ ਦਿਸਦਾ ਹੋਣਾ, ਸੋਹਣੇ ਵਸਤਰ ਪਾ ਕੇ ਮਹਾਰਾਜ ਜੀ ਕੇ ਸਨਮੁਖ ਹੱਥ ਜੋੜ ਕੇ ਖੜਾ ਹੁੰਦਾ ਹੋਣਾ, ਤੇ ਸੰਗਤ ਵੀ ਉਹਦੇ ਚਰਨਾਂ 'ਚ ਹੱਥ ਲਾਉਂਦੀ ਹੋਣੀ, ਇਹ ਬਹੁਤ ਵੱਡੀ ਪਦਵੀ ਦਾ ਮਾਲਕ ਹੈ, ਗੁਰੂ ਨੇ ਇਸ ਨੂੰ ਮਸੰਦ ਥਾਪਿਆ। ਲੇਕਿਨ ਅੱਜ ਪਤਾ ਲੱਗਿਆ ਵੀ ਇਹਦੇ ਵਿੱਚ ਵੀ ਬਹੁਤ ਵੱਡਾ ਦੋਸ਼ ਹੈ, ਗੁਰੂ ਕੀ ਭੇਟਾ ਦੇ ਵਿੱਚੋਂ ਵੀ ਇਹ ਠੱਗੀ ਮਾਰ ਰਿਹਾ। ਸੋ ਇਸ ਵੇਲੇ ਮਾਤਾ ਜੀ ਵਿਚਾਰਨ ਲੱਗੇ ਹਨ, ਚੁੱਪ ਕਰ ਗਏ ਸਨ। ਪੋਤਰੇ ਪਾਸ ਕੁਛ ਜਾਏ ਨਾ ਕਹੀ। ਹੁਣ ਪੋਤਰੇ ਪਾਸ ਕੁਝ ਨਹੀਂ ਕਹਿ ਰਹੇ, ਭਾਵੇਂ ਕਿ ਮਾਤਾ ਬਿਰਧ ਮਾਤਾ ਨੇ, ਕੋਈ ਆਰਬਲਾ ਮਾਤਾ ਜੀ ਕੀ 50-60 ਵਰਿਆਂ ਤੋਂ ਵੱਧ ਕੇ ਹੈ, ਤੇ ਪੋਤਰੇ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਕੀ ਉਮਰ ਕੋਈ 5-7 ਵਰਿਆਂ ਦੇ ਲਗਭਗ ਹੈ। ਲੇਕਿਨ ਹੁਣ ਜੋ ਕੁਝ ਮਹਾਰਾਜ ਜੀਆਂ ਨੇ ਪ੍ਰਗਟ ਕਰ ਦਿਖਲਾਇਆ ਹੈ, ਕੁਝ ਨਹੀਂ ਕਹਿ ਰਹੇ, ਸ਼ਾਂਤ ਬੈਠੇ ਹਨ। ਸਭ ਘਟ ਕੋ ਮਾਲਕ ਗੁਰ ਰੂਰਾ। ਤੇ ਕਹਿ ਰਹੇ ਹਨ ਕਿ ਸਾਰਿਆਂ ਘਟਾਂ ਦੀ ਜਾਣਨ ਵਾਲੇ ਸਤਿਗੁਰੂ ਤੁਸੀਂ ਅੰਤਰਜਾਮੀ ਹੋ। ਭਾਈ ਸੰਤੋਖ ਸਿੰਘ ਜੀ ਹੋਰਾਂ ਨੇ ਵੀ ਇੱਥੇ ਗਵਾਹੀ ਦਿੱਤੀ ਹੈ, ਸਭ ਘਟ ਕੋ ਮਾਲਕ ਗੁਰ ਰੂਰਾ। ਕਿਹਦੇ ਹਿਰਦੇ ਵਿੱਚ ਕੀ ਕੁਝ ਵਰਤਦਾ ਹੈ, ਕਿਹੜੇ ਮਨੁੱਖ ਦੀ ਕੀ ਚਿਤਵਣੀ ਹੈ, ਕਿਹੜਾ ਮਨੁੱਖ ਕੀ ਸੋਚਦਾ ਹੈ। ਖਾਸ ਕਰ ਗੁਰੂ ਘਰ ਨਿਮਿਤ ਜਦੋਂ ਕਿਤੇ ਅਸੀਂ ਵਰਤਦੇ ਹਾਂ, ਵਿਚਰਦੇ ਹਾਂ, ਅੰਦਰ ਕੀ ਚੱਲਦਾ ਹੈ ਤੇ ਬਾਹਰ ਕੀ ਹੁੰਦਾ ਹੈ। ਠੀਕ ਹੈ, ਅਸੀਂ ਸੰਸਾਰ ਤੋਂ ਲੁਕਾ ਲਵਾਂਗੇ, ਪਰੰਤੂ ਗੁਰਮੁਖੋ ਗੁਰੂ ਤੋਂ ਲੁਕਾਉਣ ਵਾਲੀ ਕੋਈ ਐਸਾ ਪਰਦਾ, ਕੋਈ ਐਸੀ ਵਸਤੂ ਨਹੀਂ ਹੈ। ਸੋ ਕਿਉਂਕਿ ਗੁਰੂ ਸਾਰਿਆਂ ਘਟਾਂ ਦੀ ਜਾਣਨ ਵਾਲੇ ਅੰਤਰਯਾਮੀ ਪੁਰਖ ਹਨ। ਬੋਲੇ ਉਤਰਿਓ ਜਾਏ ਨਾ ਪੂਰਾ। ਤੇ ਜੋ ਕੁਝ ਅਸੀਂ ਗੁਰੂ ਦੇ ਸਨਮੁਖ ਕਹਿ ਬੈਠਦੇ ਹਾਂ, ਬੋਲਿਓ, ਬੋਲੇ ਤੋਂ ਭਾਵ ਵੀ ਕਈ ਵਾਰ ਹੁੰਦਾ ਨਾ, ਮਨੁੱਖ ਦਾਵਾ ਕਰ ਦਿੰਦਾ ਮੈਂ ਕਰਾਂਗਾ ਜੀ। ਬਲਾਕੀ ਦਾਸ ਨੇ ਵੀ ਕਿਸੇ ਵੇਲੇ ਮਹਾਰਾਜ ਜੀ ਕੇ ਪਾਸ ਐਸੀ ਬਾਤ ਕੀਤੀ ਹੈ। ਸੋ ਜੋ ਕੁਝ ਬੋਲ ਬੈਠਦੇ ਹਾਂ ਜਾਂ ਜੋ ਕੁਝ ਕਈ ਵਾਰ ਕਰਦੇ ਹਾਂ, ਉਹ ਗੁਰੂ ਦੇ ਬਚਨਾਂ ਤੇ ਪੂਰਾ ਉਤਰਨਾ ਮਨੁੱਖਾ ਬਿਰਤੀ ਦੇ ਲਈ, ਸੰਸਾਰਿਕ ਮਨੁੱਖ ਲਈ ਬੜਾ ਕਠਿਨ ਹੈ। ਸ੍ਰੀ ਗੁਜਰੀ ਦਿਸ ਸਾਸ ਨਿਹਾਰਾ। ਤੇ ਨਾਲ ਹੀ ਮਾਤਾ ਗੁਜਰ ਕੌਰ ਜੀ, ਉਹ ਵੀ ਉਸ ਸਥਾਨ ਤੇ ਸਭ ਬੈਠੇ, ਸਭ ਕੌਤਕ ਵੇਖ ਰਹੇ ਹਨ। ਹਾਲਾਂਕਿ ਮੁੱਖ ਤੋਂ ਕੁਝ ਨਹੀਂ ਬੋਲੇ, ਸੁਣ ਵੀ ਸਭ ਕੁਝ ਰਹੇ ਹਨ, ਵੇਖਿਆ ਵੀ ਸਭ ਕੁਝ ਹੈ। ਹੁਣ ਫਿਰ ਜਿਸ ਵਕਤ ਸਾਰੀ ਬਾਤ ਇਉਂ ਕਹਿ ਲਈਏ ਮਹਾਰਾਜ ਨੇ ਆਪਣੀ ਬਾਤ ਦੀ ਸੰਪੂਰਨਤਾ ਕੀਤੀ, ਉਸ ਤੋਂ ਉਪਰੰਤ ਫਿਰ ਮਾਤਾ ਗੁਜਰੀ ਜੀਆਂ ਨੇ ਆਪਣੇ ਸੱਸ ਮਾਤਾ ਨਾਨਕੀ ਜੀ ਵੱਲ ਤੱਕਿਆ ਹੈ। ਪੁੱਤਰ ਸਾਤ ਸੁਭ ਬਾਕੀ ਉਚਾਰਾ। ਪੁੱਤਰ ਸਾਧ ਫਿਰ ਮਾਤਾ ਜੀ, ਮਾਤਾ ਗੁਜਰ ਕੌਰ ਜੀਆਂ ਨੇ ਆਪਣੇ ਸੁਪੁੱਤਰ ਲਾਲ ਗੋਬਿੰਦ ਰਾਏ ਜੀਆਂ ਦੇ ਨਾਲ ਕੁਝ ਬਚਨ ਇਉਂ ਸਾਂਝੇ ਕੀਤੇ ਹਨ। ਪਿਤਾ ਤੁਮਾਰੋ ਇਤ ਚੱਲ ਆਇਓ। ਪਿਤਾ ਤੁਮਾਰੋ ਕਹਿਣ ਲੱਗੇ, ਬੇਟਾ ਜੀ ਜੇ ਤੁਸੀਂ ਮਦਰ ਦੇਸ਼ ਪੰਜਾਬ ਦੇਸ਼ ਦੀ ਗੱਲ ਕਰਦੇ ਹੋ ਨਾ, ਤੇ ਅਸੀਂ ਆਪਣੀ ਮੌਜ ਹਿੱਤ ਨਹੀਂ ਆਏ। ਸਾਨੂੰ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸ ਪਾਸੇ ਵੱਲ ਲੈ ਕੇ ਆਏ ਸਨ, ਕਿਉਂਕਿ ਉਹ ਆਪ ਕਿਸੇ ਵਕਤ ਇਸ ਦੇਸ਼ ਆਏ ਸਨ। ਬਹੁ ਤੀਰਥ ਕੋ ਹਮੈ ਕਰਾਇਓ। ਇਹ ਵੀ ਉਹਨਾਂ ਨੇ ਇੱਕ ਮਹਾਨ ਕਰਮ ਕੀਤਾ, ਤੁਹਾਡੇ ਜਨਮ ਤੋਂ ਪਹਿਲਾਂ ਉਹਨਾਂ ਨੇ ਬਹੁਤ ਤੀਰਥਾਂ ਤੇ ਆਪ ਭਰਮਣ ਕੀਤਾ ਤੇ ਸਾਨੂੰ ਵੀ ਦਰਸ਼ਨ ਮੇਲੇ ਕਰਵਾਏ। ਬੇਅੰਤ ਲੁਕਾਈ ਦੇ ਦਰਸ਼ਨ ਅਸੀਂ ਕੀਤੇ ਹਨ, ਕਿਉਂਕਿ ਮਹਾਰਾਜ ਕੇ ਦਰਸ਼ਨਾਂ ਨਾਲ ਲੁਕਾਈ ਦਾ ਉਧਾਰ ਹੁੰਦਾ ਹੈ, ਤੇ ਸੰਗਤ ਦੇ ਦਰਸ਼ਨਾਂ ਨਾਲ ਮਹਾਰਾਜ ਕਹਿੰਦੇ ਨੇ ਹਰ ਮਨੁੱਖ ਦਾ ਉਧਾਰ ਹੋ ਜਾਂਦਾ ਹੈ। ਇਸ ਬਿਧ ਮਹਾਰਾਜ ਤੇ ਦਰਸ਼ਨ ਦੇਣ ਲਈ ਸੰਸਾਰ ਵਿੱਚ ਤੁਰਦੇ ਸਨ, ਤੇ ਜਿੱਥੇ ਗੁਰੂ ਦੀ ਸੰਗਤ ਜੁੜਦੀ ਸੀ, ਫਿਰ ਉੱਥੇ ਜਿਹੜੇ ਕੋਈ ਆਮ ਸਾਡੇ ਵਰਗੇ ਦਰਸ਼ਨ ਕਰ ਲੈਂਦੇ ਸਨ, ਉਹਨਾਂ ਦੇ ਉਧਾਰ ਹੋ ਜਾਂਦੇ ਸਨ। ਵਿੱਚ ਹਰ ਪ੍ਰਭੂ ਫਿਰ ਸੰਗਤ ਹਰ ਪ੍ਰਭੂ ਵਸੈ ਜੀਉ। ਸੋ ਇਸ ਵਿੱਚ ਮਹਾਰਾਜ ਇੱਥੇ ਆਪ ਜੀ ਕੇ ਪਿਤਾ ਜੀ ਕੀ ਮੌਜ ਹੈ, ਉਹ ਕਿਵੇਂ ਸਾਨੂੰ ਕਿੰਨਾ ਤੀਰਥਾਂ ਤੇ ਦਰਸ਼ਨ ਕਰਵਾਉਂਦੇ ਹੋਏ ਇੱਥੋਂ ਤੱਕ ਆਏ, ਤੇ ਕਿਵੇਂ ਉਹਨਾਂ ਨੇ ਇੱਥੇ ਹੁਕਮ ਕੀਤਾ ਤੇ ਅਸੀਂ ਇੱਥੇ ਵਿਸ਼ਰਾਮ ਕਰ ਰਹੇ ਹਾਂ। ਪੁਨ ਹਮਕੋ ਇਸ ਪੁਰ ਮੈਂ ਤਿਆਗੇ। ਫਿਰ ਸਾਨੂੰ ਇਸ ਨਗਰ, ਇਸ ਪਟਨੇ ਸ਼ਹਿਰ ਵਿੱਚ ਛੱਡ ਕਰਕੇ ਜੀ ਆਪ ਗਏ ਚਲੇ ਪੁਰ ਆਗੇ। ਆਪ ਫਿਰ ਉਹ ਇਸ ਸਥਾਨ ਤੋਂ ਅੱਗੇ ਅਗਲੇ ਹੋਰ ਦੇਸ਼ਾਂ ਵਿੱਚ ਚਲੇ ਗਏ ਸਨ। ਜਬ ਕੇ ਏਥਲ ਕੀ ਨਸ ਬਾਸ। ਤੇ ਜਦੋਂ ਤੋਂ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਹੁਕਮ ਦਿੱਤਾ, ਉਸ ਸਮੇਂ ਤੋਂ ਇਸ ਥਾਲ ਤੇ, ਇਸ ਦੇਸ਼, ਇਸ ਨਗਰ ਵਿੱਚ ਰਹਿ ਰਹੇ ਹਾਂ। ਕਰਤ ਸੇਵਕੋ ਸੰਗਤ ਰਾਸ। ਤੇ ਅਸੀਂ ਵੀ ਵੇਖ ਰਹੇ ਹਾਂ ਬੇਟਾ ਜੀ, ਬਹੁਤ ਸੰਗਤ ਇੱਥੇ ਸੇਵਾ ਕਰਦੀ ਸੀ, ਪਰੰਤੂ ਹੁਣ ਕਿਸੇ ਦੀ ਦਿਲੇ ਮਨਸ਼ਾ ਕੀ ਹੈ, ਉਹ ਤੇ ਕੇਵਲ ਆਪ ਹੀ ਜਾਣਦੇ। ਸੋ ਸੰਗਤ ਤੇ ਸੇਵਾ ਕਰਦੀ ਆਈ ਹੈ। ਅਬ ਪੰਜਾਬ ਗਏ ਪਿਤਾ ਤੁਮਰੇ। ਤੇ ਹੁਣ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਆਪ ਪੰਜਾਬ ਦੇਸ਼ ਵਾਪਸ ਮੁੜ ਗਏ ਹਨ। ਲਿਖ ਪਾਤੀ ਭੇਜੈ ਡਿਗ ਹਮਰੇ। ਤੇ ਜਦੋਂ ਸਾਡੇ ਪਾਸ ਹੁਕਮਨਾਮਾ ਲਿਖ ਕੇ ਭੇਜ ਦੇਣਗੇ ਵਾਪਸ ਪੰਜਾਬ ਦੇਸ਼ ਆਉਣ ਦੇ ਲਈ, ਕਿਉਂਕਿ ਮਹਾਰਾਜ ਇਹ ਕਹਿ ਕੇ ਆਏ ਸਨ ਵੀ ਜਦੋਂ ਤੱਕ ਸਾਡਾ ਹੁਕਮ ਨਾ ਆਵੇ ਤੁਸੀਂ ਇੱਥੇ ਵਸਣਾ, ਸਾਡਾ ਹੁਕਮ ਸਿੱਖ ਲੈ ਕੇ ਆਵੇਗਾ, ਹੁਕਮ ਪੜ੍ਹਦੇ ਹੀ ਤੁਸੀਂ ਇੱਥੋਂ ਚਾਲੇ ਮਾਰ ਦੇਣੇ ਨੇ, ਪੰਜਾਬ ਦੇਸ਼ ਆ ਜਾਣਾ।
ਸੋ ਜਦੋਂ ਤੱਕ ਸਾਡਾ ਹੁਕਮ ਨਹੀਂ ਆਉਂਦਾ ਹੈ, ਜਿਸ ਪ੍ਰਕਾਰ ਕੀ ਸੁਧ ਪਹਿਚਾਵੈ, ਜਿਸ ਪ੍ਰਕਾਰ ਜਿਸ ਵੀ ਤਰੀਕੇ ਪਿਤਾ ਗੁਰਦੇਵ ਸਾਡੇ ਤੱਕ ਜੋ ਵੀ ਸੁਨੇਹਾ ਪਹੁੰਚਾਉਂਦੇ ਹਨ, ਜਿਵੇਂ ਹੀ ਹੁਕਮ ਆਉਂਦਾ ਹੈ, ਹਮਕੋ ਕਰਨੀ ਤਿਮ ਬਣ ਆਵੈ, ਤੇ ਉਸੇ ਅਨੁਸਾਰ ਹੀ ਅੱਗੇ ਅਸੀਂ ਜੋ ਕਾਰਜ ਹੈ ਉਹ ਫਿਰ ਕਰਾਂਗੇ। ਜਿਵੇਂ ਜਿਵੇਂ ਵੀ ਪਿਤਾ ਗੁਰਦੇਵ ਗੁਰੂ ਤੇਗ ਬਹਾਦਰ ਮਹਾਰਾਜ ਹੁਕਮ ਭੇਜਣਗੇ, ਮਾਤਾ ਨਾਨਕੀ ਜੀ, ਮਾਤਾ ਗੁਜਰ ਕੌਰ ਜੀ, ਜਾਂ ਸਤਿਗੁਰੂ ਗੁਰੂ ਗੋਬਿੰਦ ਰਾਏ ਜੀ ਕੇ ਮਾਮਾ ਕਿਰਪਾਲ ਚੰਦ ਜੀ, ਹੋਰ ਅਨੰਦ ਪਿਆਰੇ ਸਿੱਖ ਜਿਹੜੇ ਹਨ, ਫਿਰ ਇਸ ਦੇਸ਼ ਤੋਂ ਚੱਲ ਕੇ ਭਾਵ ਪਟਨਾ ਸਾਹਿਬ ਤੋਂ ਚੱਲ ਕੇ ਵਾਪਸ ਇਸ ਪੰਜਾਬ ਦੇਸ਼ ਦੇ ਅੰਦਰ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਣਗੇ। ਸੋ ਜਿਵੇਂ ਜਿਵੇਂ ਇਹ ਇਤਿਹਾਸ ਦੀ ਸਾਖੀ ਚੱਲਦੀ ਜਾਏਗੀ, ਲੰਬੇਰਾ ਬਿਰਤਾਂਤ ਹੈ, ਯਤਨ ਕਰਾਂਗੇ ਇਹਨਾਂ ਸਮਿਆਂ ਦੌਰਾਨ ਵਿਸਤਾਰ ਸਹਿਤ ਸਾਰੀ ਵਿਥਿਆ, ਸਾਰੀਆਂ ਸਾਖੀਆਂ ਆਪ ਸੰਗਤਾਂ ਦੇ ਨਾਲ ਸਾਂਝੀਆਂ ਕਰਨ ਦਾ ਜੀ। ਅੱਜ ਇੱਥੇ ਹੀ ਸਮਾਪਤੀ ਹੈ, ਸਮਾਂ ਹੋ ਚੁੱਕਿਆ ਹੈ। ਹੁਣ ਇਸੇ ਤਰ੍ਹਾਂ ਆਪਾਂ ਨੇ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਨੇ ਹਨ। ਸੋ ਵਿਚਾਰਾਂ ਕਰਦਿਆਂ, ਇਤਿਹਾਸ ਵਾਚਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਹੁੰਦੀਆਂ ਨੇ। ਗੁਰਦੇਵ ਗੁਰੂ ਕੀ ਸੰਗਤ ਅਣਜਾਣ ਸਮਝ ਕਰ ਬਖਸ਼ ਲੈਣਾ। ਮਹਾਰਾਜ ਜੀ ਕੇ ਜੀਵਨ ਦੀ ਕਥਾ ਬਾਣੀ ਅਗਾਧ ਬੋਧ ਹੈ, ਵੱਡੀਆਂ ਬਾਤਾਂ ਨੇ। ਸੋ ਗੁਰਦੇਵ ਆਪ ਰਹਿਮਤ ਕਰਕੇ ਸਾਰਾ ਕੁਝ, ਸਾਰੀ ਸੇਵਾ ਲੈ ਲੈਣ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਇੱਥੇ ਹੀ ਸਮਾਪਤੀ ਹੈ ਜੀ। ਜਿਸ ਪ੍ਰਕਾਰ ਕੀ ਸੁਧ ਸੁਧ ਪਹੁੰਚਾਵੈ, ਹਮਕੋ ਕਰਨੀ ਤਿਮ ਬਣ ਆਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।